ਸਨਮਾਨ ਜੋ ਗੁਰੂ ਸਵਾਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਐਸਐਮਸੀ ਗੁਰਮਤਿ ਕਲਾਸ USA ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਆਪ ਸਾਰਿਆਂ ਦਾ ਸਵਾਗਤ ਹੈ ਜੀ। ਅੱਜ ਅਸੀਂ ਜਪ ਬਾਣੀ, ਜਿਹਨੂੰ ਸਤਿਕਾਰ ਨਾਲ ਅਸੀਂ ਜਪਜੀ ਸਾਹਿਬ ਆਖਦੇ ਹਾਂ, ਉਹਦੇ ਵਿੱਚ ਆਏ ਹੋਏ 5 ਖੰਡ, ਉਹਨਾਂ ਦੇ ਵਿਚਾਰ ਸਰਵਣ ਕਰ ਰਹੇ ਹਾਂ। ਬਹੁਤ ਸਾਰੇ ਵਿਦਵਾਨਾਂ ਨੇ ਆਪੋ ਆਪਣੀਆਂ ਰਾਵਾਂ, ਆਪੋ ਆਪਣੇ ਵਿਚਾਰ ਇਹਦੇ ਬਾਰੇ ਦਿੱਤੇ ਹਨ। ਬਹੁਤ ਸਾਰੇ ਟੀਕਾਕਾਰਾਂ ਨੇ ਵੀ ਇਹਨਾਂ 5 ਖੰਡਾਂ ਦੇ ਉੱਤੇ ਕਾਫੀ ਵੇਰਵੇ ਸਾਧ ਲਿਖਿਆ ਹੈ। ਲੇਕਿਨ ਜਦੋਂ ਸਮਝ ਆ ਜਾਏਗੀ, ਫਿਰ ਸਾਨੂੰ ਸਮਝ ਆਏਗੀ ਇਹ ਜੀਵਨ ਦੀ ਯਾਤਰਾ ਦੇ ਵਿੱਚ ਸਫਲਤਾ ਕਿਵੇਂ ਮਿਲਣੀ ਹੈ, ਉਹ ਸੱਚਖੰਡ ਦਾ ਆਨੰਦ ਅਸੀਂ ਕਿਵੇਂ ਲੈਣਾ ਹੈ, ਉਹ ਜਿਸ ਸੱਚਖੰਡ ਦਾ ਜ਼ਿਕਰ ਇਸ ਜਪ ਦੀ ਬਾਣੀ ਵਿੱਚ ਕੀਤਾ, ਉਹ ਤੇ ਕਿਵੇਂ ਪਹੁੰਚਿਆ ਜਾਂਦਾ ਹੈ, ਕੀ ਹੈ, ਇਹ ਵਿਚਾਰਾਂ ਅਸੀਂ ਸਰਵਣ ਕਰ ਰਹੇ ਹਾਂ। ਅੱਜ ਵਿਚਾਰਾਂ ਦੀ ਸਾਂਝ ਕਰ ਰਹੇ ਹਨ ਭੈਣ ਜੀ ਤੇਜਿੰਦਰ ਕੌਰ ਜੀ ਦਿੱਲੀ ਤੋਂ। ਬੇਨਤੀ ਕਰਦਾ ਹਾਂ, ਕਿਰਪਾ ਕਰੋ ਜੀਓ, ਅੱਜ ਦੀ ਆਪ ਜੀ ਇਸ ਵਿਸ਼ੇ ਦੇ ਉੱਤੇ ਵਿਚਾਰਾਂ ਦੀ ਆਰੰਭਤਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਐਸਐਮਸੀ ਆਨਲਾਈਨ ਕਲਾਸ USA ਵਿੱਚ ਹਾਜ਼ਰ ਸਾਰੇ ਹੀ ਸਤਿਕਾਰਯੋਗ ਵੀਰਾਂ ਅਤੇ ਭੈਣਾਂ ਨੂੰ ਬਹੁਤ ਹੀ ਪਿਆਰ ਸਹਿਤ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਵਿਸ਼ਾ ਵਿਚਾਰ ਅਧੀਨ ਹੈ ਉਹ ਹੈ 5 ਖੰਡ। 5 ਖੰਡ ਸਿੱਖ ਧਰਮ ਦੇ ਬਾਣੀ ਗੁਰੂ ਨਾਨਕ ਸਾਹਿਬ ਜੀ ਦੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਹਿਲੀ ਬਾਣੀ ਜਪਜੀ ਸਾਹਿਬ ਜੀ ਦੀ ਪੌੜੀ 34 ਤੋਂ 37 ਤੇ ਦਰਜ ਹੈ। ਆਪਣੇ ਅੰਦਰ ਸਰਬ ਕਾਇਨਾਤ ਦੇ ਮਾਲਕ ਨੂੰ ਪ੍ਰਗਟ ਕਰਨ ਦੀ ਜੁਗਤੀ ਗੁਰੂ ਸਾਹਿਬਾਂ ਨੇ ਆਪਣੇ ਸਿੱਖਾਂ ਦੀ ਝੋਲੀ ਵਿੱਚ ਪਾਈ। ਇਸ ਬਾਣੀ ਨੂੰ ਉਚਾਰਨ ਕਰਨ ਦੀ ਗੁਰੂ ਸਾਹਿਬਾਂ ਨੂੰ ਕਿਉਂ ਲੋੜ ਪਈ? ਐਸੀਆਂ ਪ੍ਰਭੂ ਮਿਲਾਪ ਦੀਆਂ ਜੁਗਤੀਆਂ ਤਾਂ ਪਹਿਲਾਂ ਵੀ ਜਗਤ ਵਿੱਚ ਚੱਲ ਹੀ ਰਹੀਆਂ ਸਨ। ਉਹਨਾਂ ਵਿੱਚ ਤੇ ਗੁਰੂ ਸਾਹਿਬਾਂ ਦੇ ਤਰੀਕੇ ਵਿੱਚ ਕੀ ਫਰਕ ਸੀ? ਇਸ ਨੂੰ ਸਮਝਣ ਵਾਸਤੇ ਸਾਨੂੰ ਪਹਿਲਾਂ ਉਹਨਾਂ ਜੁਗਤੀਆਂ ਵੱਲ ਵੀ ਥੋੜੀ ਝਾਤ ਮਾਰਨ ਦੀ ਲੋੜ ਹੈ, ਅਤੇ ਉਸ ਤੋਂ ਵੀ ਪਹਿਲਾਂ ਸੰਖੇਪ ਵਿੱਚ ਇਹ ਦੇਖਣਾ ਪਵੇਗਾ ਕਿ ਜਿਸ ਵੇਲੇ ਗੁਰੂ ਸਾਹਿਬਾਂ ਨੇ ਆਪਣੀ ਵਿਚਾਰਧਾਰਾ ਲੋਕਾਂ ਦੇ ਸਾਹਮਣੇ ਰੱਖੀ, ਉਸ ਵੇਲੇ ਲੋਕਾਂ ਵਿੱਚ ਕਿਹੜੀਆਂ ਵਿਚਾਰਧਾਰਾਵਾਂ ਪ੍ਰਚਲਿਤ ਸਨ ਤੇ ਇਹ ਵਿਚਾਰਧਾਰਾਵਾਂ ਕਿਵੇਂ ਉਪਜੀਆਂ ਹੋਣਗੀਆਂ। ਜੇਕਰ ਅਸੀਂ ਆਦਿ ਕਾਲ ਵਿੱਚ ਥੋੜੀ ਝਾਤ ਮਾਰੀਏ ਤਾਂ ਅਸੀਂ ਜਾਣ ਸਕਾਂਗੇ ਕਿ ਜਿਸ ਵਕਤ ਆਦਿ ਕਾਲ ਦੇ ਮਨੁੱਖ ਨੇ ਪਹਿਲੀ ਵਾਰ ਬਿਜਲੀ ਦੀ ਲਿਸ਼ਕ ਵੇਖੀ ਹੋਵੇਗੀ, ਜਾਂ ਬੱਦਲਾਂ ਦੀ ਗੜਗੜਾਹਟ ਸੁਣੀ ਹੋਵੇਗੀ, ਜਾਂ ਹਵਾ ਨੂੰ ਤੇਜ਼ ਤੂਫਾਨ ਦੀ ਤਰ੍ਹਾਂ ਵਗਦਿਆਂ ਹੋਇਆ ਵੇਖਿਆ ਹੋਵੇਗਾ, ਤਾਂ ਉਹ ਇਹਨਾਂ ਘਟਨਾਵਾਂ ਤੋਂ ਡਰਿਆ ਹੀ ਹੋਵੇਗਾ। ਫਿਰ ਸਮੇਂ-ਸਮੇਂ ਉਸਨੂੰ ਇਹ ਨਜ਼ਾਰਾ ਬਾਰ-ਬਾਰ ਵੇਖਣਾ ਪਿਆ ਹੋਵੇਗਾ। ਇਸ ਤਰ੍ਹਾਂ ਡਰ ਦੇ ਮਾਰੇ ਮਨੁੱਖ ਨੇ ਇਹ ਸਮਝ ਲਿਆ ਕਿ ਆਕਾਸ਼ ਵਿੱਚ ਜਾਂ ਬੱਦਲਾਂ ਵਿੱਚ ਕੋਈ ਹੈ ਜੋ ਇਹ ਸਭ ਕਰ ਰਿਹਾ ਹੈ। ਡਰ ਦੇ ਮਾਰੇ ਮਨੁੱਖ ਨੇ ਇਸ ਵਿਪਤਾ ਤੋਂ ਬਚਣ ਲਈ ਉੱਪਰ ਵੇਖ ਕੇ ਹੱਥ ਜੋੜੇ ਹੋਣਗੇ ਜਾਂ ਫਰਿਆਦ ਕੀਤੀ ਹੋਵੇਗੀ, ਜਿਸ ਦਾ ਨਤੀਜਾ ਕਈ ਵਾਰ ਉਸਦੇ ਮਨ ਮੁਤਾਬਕ ਵੀ ਆਇਆ ਹੋਵੇਗਾ। ਤਾਂ ਉਸਨੇ ਮੰਨ ਲਿਆ ਕਿ ਕੋਈ ਦੈਵੀ ਸ਼ਕਤੀ ਆਕਾਸ਼ ਵਿੱਚ ਹੈ। ਇੱਥੇ ਮਨੁੱਖ ਡਰ ਦੇ ਮਾਰੇ ਹੱਥ ਜੋੜ ਰਿਹਾ ਹੈ। ਦੂਜਾ, ਉਸ ਵੇਲੇ ਆਦਿ ਮਨੁੱਖ ਪਹਾੜਾਂ ਦੀਆਂ ਕੰਧਰਾਂ ਵਿੱਚ ਨਿਵਾਸ ਕਰਦਾ ਸੀ, ਨਦੀਆਂ ਤੋਂ ਜਲ ਛਕਦਾ ਸੀ, ਰੁੱਖਾਂ ਤੋਂ ਆਪਣਾ ਆਹਾਰ ਲੈਂਦਾ ਸੀ। ਪਹਾੜਾਂ ਦੀ ਅਸੀਮ ਸ਼ਕਤੀ ਜੋ ਮਨੁੱਖ ਨੂੰ ਹਰ ਖਤਰੇ ਤੋਂ ਬਚਾਉਂਦੀ ਸੀ, ਨਦੀਆਂ ਦਾ ਪਾਣੀ ਮੁੱਕਦਾ ਨਹੀਂ ਸੀ, ਰੁੱਖਾਂ ਤੋਂ ਫਲ ਜਿੰਨੇ ਵੀ ਤੋੜ ਲਵੋ ਉਹ ਫਿਰ ਫਲਾਂ ਦੇ ਨਾਲ ਲੱਦ ਜਾਂਦੇ ਸੀ। ਇਹ ਸਭ ਉਸਦੇ ਲਈ ਇੱਕ ਅਨੋਖਾ ਨਜ਼ਾਰਾ ਸੀ। ਇਸ ਤੋਂ ਅੰਦਾਜ਼ਾ ਲੱਗਦਾ ਹੈ ਕਿ ਮਨੁੱਖ ਨੇ ਇਹਨਾਂ ਪਹਾੜਾਂ ਪ੍ਰਾਪਤ ਕੀਤਾ, ਉਹ ਮਿਲਦਾ ਰਹੇ, ਇਸ ਵਾਸਤੇ ਮਨੁੱਖ ਨੇ ਇਹਨਾਂ ਅੱਗੇ ਵੀ ਹੱਥ ਜੋੜੇ।
ਨਤੀਜੇ ਵਜੋਂ ਕਾਦਰ ਨੂੰ ਛੱਡ ਕੇ ਕੁਦਰਤ ਦੀ ਪੂਜਾ ਸ਼ੁਰੂ ਹੋ ਗਈ ਅਤੇ ਲੰਬੇ ਸਮੇਂ ਤੱਕ ਚੱਲਦੀ ਰਹੀ। ਜਦ ਤੱਕ ਦਰਸ਼ਨ ਸ਼ਾਸਤਰ ਦੀ ਸ਼ੁਰੂਆਤ ਨਹੀਂ ਹੋਈ, ਤਦ ਤੱਕ ਤਾਂ ਕੁਦਰਤ ਦੀ ਪੂਜਾ ਸਹੀ ਮੰਨ ਵੀ ਲਈਏ। ਪਰ ਜਦੋਂ ਦਰਸ਼ਨ ਸ਼ਾਸਤਰ ਸ਼ੁਰੂ ਹੋ ਗਿਆ, ਵਿਗਿਆਨ ਹੋਂਦ ਵਿੱਚ ਆਏ, ਮਨੁੱਖ ਨੂੰ ਕਾਦਰ ਦੀ ਕੁਦਰਤ ਦਾ ਅਸੀਮ ਗਿਆਨ ਮਿਲਿਆ, ਉਸ ਤੋਂ ਬਾਅਦ ਵੀ ਕੁਦਰਤ ਦੀ ਪੂਜਾ ਕਰਮ ਕਾਂਡ ਅਤੇ ਅੰਧ ਵਿਸ਼ਵਾਸ ਹੀ ਹੈ। ਜਿਵੇਂ ਕਿਸੇ ਘਰ ਵਿੱਚ ਪਿਤਾ ਦੀ ਆਵਾਜ਼, ਉਹ ਆਪਣੇ ਦੰਦਾਂ ਨੂੰ ਇੱਕ ਪਤਲੀ ਜਿਹੀ ਲੱਕੜੀ ਦੇ ਟੁਕੜੇ ਨਾਲ ਸਾਫ਼ ਕਰਦਾ ਸੀ ਤੇ ਫਿਰ ਉਸਨੂੰ ਆਲੇ ਵਿੱਚ ਰੱਖ ਦਿੰਦਾ ਸੀ, ਜਿਸ ਨੂੰ ਕਿ ਅਸੀਂ ਅੱਜ ਟੁੱਥਪਿਕ ਕਹਿ ਦਿੰਦੇ ਹਾਂ। ਜਦ ਬੱਚੇ ਛੋਟੇ ਸਨ ਤਾਂ ਪਤਾ ਨਹੀਂ ਸੀ ਕਿ ਪਿਤਾ ਇੰਜ ਕਿਉਂ ਕਰਦਾ ਹੈ। ਦਿਨ ਵਿੱਚ 3 ਸਮੇਂ ਖਾਣੇ ਤੋਂ ਬਾਅਦ ਬੱਚੇ ਪਿਤਾ ਨੂੰ ਇਹ ਕਰਦੇ ਦੇਖਦੇ ਸਨ। ਇੱਕ ਦਿਨ ਪਿਤਾ ਦੀ ਮੌਤ ਹੋ ਗਈ, ਮਾਂ ਪਹਿਲਾਂ ਹੀ ਨਹੀਂ ਸੀ। ਹੁਣ ਜਦ ਬੱਚੇ ਵੱਡੇ ਹੋਏ ਤਾਂ ਕੁਝ ਜ਼ਿਆਦਾ ਤੇ ਯਾਦ ਨਹੀਂ ਰਿਹਾ, ਪਰ ਇਹ ਗੱਲ ਯਾਦ ਰਹਿ ਗਈ। ਬੱਚਿਆਂ ਨੇ ਜਦੋਂ ਕਮਾਈ ਕਰਕੇ ਵੱਡਾ ਘਰ ਬਣਾ ਲਿਆ ਤਾਂ ਇੱਕ ਆਲਾ ਪਿਤਾ ਦੀ ਯਾਦ ਵਿੱਚ ਬਣਾ ਲਿਆ। ਫਿਰ ਸੋਚਿਆ ਕਿ ਲੱਕੜ ਦਾ ਛੋਟਾ ਟੁਕੜਾ ਕੀ ਰੱਖਣਾ। ਪਿਤਾ ਦੀ ਯਾਦ ਵਿੱਚ ਲੱਕੜ ਦਾ ਵੱਡਾ ਟੁਕੜਾ ਚੰਦਨ ਦਾ ਲੈ ਕੇ ਆ ਗਏ ਤੇ ਆਲੇ ਵਿੱਚ ਸਜਾ ਦਿੱਤਾ। ਜਦੋਂ ਅਗਾਂਹ ਉਹਨਾਂ ਦੇ ਬੱਚੇ ਵੱਡੇ ਹੋਏ ਤਾਂ ਸਾਡੇ ਵੱਡਿਆਂ ਦੀ ਨਿਸ਼ਾਨੀ ਹੈ। ਜਦੋਂ ਇਹ ਬੱਚੇ ਵੱਡੇ ਹੋਏ ਤਾਂ ਹੋਰ ਸੰਪੰਨ ਹੋ ਕੇ ਇੱਕ ਵੱਡੀ ਹਵੇਲੀ ਬਣਾ ਲਈ। ਹਵੇਲੀ ਵਿੱਚ ਆਲੇ ਦੀ ਥਾਂ ਤੇ ਇੱਕ ਆਲੀਸ਼ਾਨ ਸੰਗਮਰਮਰ ਦਾ ਮੰਦਿਰ ਬਣਾ ਲਿਆ। ਹੁਣ ਮੰਦਿਰ ਵਿੱਚ ਛੋਟਾ ਟੁਕੜਾ ਤਾਂ ਕੀ ਰੱਖਣਾ ਸੀ, ਇਹ ਸੋਚ ਕੇ ਵੱਡਾ ਚੰਦਨ ਦਾ ਪੂਰਾ ਤਣਾ ਹੀ ਲਿਆ ਕੇ ਮੰਦਿਰ ਵਿੱਚ ਸਥਾਪਿਤ ਕਰਤਾ ਤੇ ਫਿਰ ਇੱਕ ਪੰਡਤ ਵੀ ਰੱਖ ਲਿਆ ਤੇ ਬਸ ਹੋ ਗਈ ਪੂਜਾ ਸ਼ੁਰੂ ਉਸ ਤਣੇ ਦੀ। ਕਿਸੇ ਨੂੰ ਨਹੀਂ ਪਤਾ ਕਿ ਅਸਲੀਅਤ ਕੀ ਹੈ। ਇੱਕ ਛੋਟੀ ਜਿਹੀ ਟੂਥਪਿਕ ਨੂੰ ਇਤਨਾ ਵੱਡਾ ਬਣਾ ਲਿਆ। ਗੱਲ ਕੀ ਕਿ ਮਨੁੱਖ ਨੇ ਜਾਂ ਤਾਂ ਡਰ ਕੇ ਜਾਂ ਲੋਭ ਕਰਕੇ ਕਿਸੇ ਦੈਵੀ ਸ਼ਕਤੀ ਨੂੰ ਮੰਨਿਆ ਅਤੇ ਪੂਜਾ ਸ਼ੁਰੂ ਕੀਤੀ। ਅੱਜ ਵੀ ਪੂਜਾ ਆਰਾਧਨਾ ਇਹਨਾਂ ਦੋ ਕਾਰਨਾਂ ਕਰਕੇ ਹੀ ਹੁੰਦੀ ਹੈ। ਜਿਸ ਵਕਤ ਗੁਰੂ ਨਾਨਕ ਦੇਵ ਜੀ ਦਾ ਆਗਮਨ ਇਸ ਧਰਤੀ ਤੇ ਹੋਇਆ, ਉਸ ਸਮੇਂ ਇਸ ਭਾਰਤ ਦੇਸ਼ ਦੇ ਵਿੱਚ ਦੋ ਪ੍ਰਮੁੱਖ ਮਤ ਪ੍ਰਚਲਿਤ ਸਨ। ਇੱਕ ਸਨਾਤਨ ਹਿੰਦੂ ਮਤ ਤੇ ਦੂਜਾ ਇਸਲਾਮ ਮਤ। ਬਾਕੀ ਹੋਰ ਛੋਟੇ ਮਤ ਸਨ ਜੋ ਇਸ ਸਨਾਤਨ ਹਿੰਦੂ ਮਤ ਦੀਆਂ ਹੀ ਸ਼ਾਖਾਵਾਂ ਸਨ, ਜੋ ਅੱਜ ਵੀ ਮੌਜੂਦ ਹਨ। ਪਹਿਲਾਂ ਅਸੀਂ ਹਿੰਦੂ ਮਤ ਦੇ ਬਾਰੇ ਵਿਚਾਰ ਕਰਦੇ ਹਾਂ। ਹਿੰਦੂ ਮਤ ਦਾ ਕੋਈ ਇੱਕ ਸੰਸਥਾਪਕ ਨਹੀਂ ਹੈ। ਕੁਝ ਲੋਕ ਮੂਰਤੀ ਪੂਜਾ ਜਾਂ ਕੁਦਰਤ ਦੀ ਪੂਜਾ, ਜਿਵੇਂ ਸੂਰਜ, ਪਾਣੀ, ਹਵਾ, ਇੰਦਰ, ਅਗਨੀ, ਨਦੀਆਂ, ਪਹਾੜਾਂ, ਗਾਵਾਂ, ਸੱਪਾਂ, ਤੁਲਸੀ, ਪੀਪਲ ਆਦਿ ਦੀ ਪੂਜਾ ਕਰਦੇ ਹਨ। ਕੁਝ ਲੋਕ ਜਾਦੂ ਮੰਤਰ, ਟੂਣੇ, ਮੜੀਆਂ, ਵਡੇਰੇ, ਪਸ਼ੂਆਂ ਦੀ ਬਲੀ ਆਦਿ ਨੂੰ ਪੂਜਦੇ ਹਨ। ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਹਿੰਦੂ ਮਤ ਅਤੇ ਇਸਲਾਮ ਮਤ ਦੇ ਜੋ ਧਾਰਮਿਕ ਅਤੇ ਰਾਜਨੀਤਿਕ ਹਾਲਾਤ ਸਨ, ਅਸੀਂ ਵੀਰ ਤਜਿੰਦਰ ਸਿੰਘ ਜੀ ਪਾਸੋਂ ਪਹਿਲਾਂ ਹੀ ਸੁਣ ਚੁੱਕੇ ਹਾਂ। ਇਸ ਲਈ ਇੱਥੇ ਅੱਜ ਅਸੀਂ ਕੇਵਲ ਉਹਨਾਂ ਮਤਾਂ ਦੇ ਵਿੱਚ ਦੱਸੇ ਗਏ ਅਧਿਆਤਮਿਕ ਰਸਤੇ ਦੇ ਬਾਰੇ ਹੀ ਵਿਚਾਰ ਕਰਾਂਗੇ। ਸਨਾਤਨ ਮਤ ਦੇ ਵੇਦਾਂ ਵਿੱਚ ਅਧਿਆਤਮਿਕ ਯਾਤਰਾ ਦੇ 3 ਖੰਡ ਦੱਸੇ ਗਏ ਹਨ। ਇਹ ਹਨ ਕਰਮ ਖੰਡ, ਗਿਆਨ ਖੰਡ, ਉਪਾਸਨਾ ਖੰਡ। ਪਹਿਲਾ ਹੈ ਕਰਮ ਖੰਡ। ਕਰਮ ਖੰਡ, ਜਿਸ ਨੂੰ ਕਰਮ ਕਾਂਡ ਵੀ ਕਿਹਾ ਜਾਂਦਾ ਹੈ, ਇਸ ਦਾ ਮੂਲ ਸੰਬੰਧ ਮਨੁੱਖ ਦੁਆਰਾ ਕੀਤੇ ਕਰਮਾਂ ਨਾਲ ਹੈ। ਵੇਦਾਂ ਦੇ 1 ਲੱਖ ਮੰਤਰਾਂ ਵਿੱਚੋਂ ਬਹੁਤੇ ਕਰਮ ਕਾਂਡ ਵੱਲ ਹੀ ਪ੍ਰੇਰਿਤ ਕਰਦੇ ਹਨ, ਜਿਸ ਵਿੱਚ ਅਨੇਕਾਂ ਤਰ੍ਹਾਂ ਦੇ ਅਨੁਸ਼ਠਾਨ ਕੀਤੇ ਜਾਂਦੇ ਹਨ, ਜਿਨ੍ਹਾਂ ਵਿੱਚੋਂ ਯੱਗ ਪ੍ਰਮੁੱਖ ਹੈ। ਮਾਨ ਸਨਮਾਨ, ਪਦ, ਧਨ, ਸਵਰਗ ਜਾਂ ਮੁਕਤੀ ਆਦਿ ਦੀ ਚਾਹਤ ਕਰਕੇ ਕੀਤੇ ਗਏ ਕਰਮ ਕਰਨ ਵਾਲਿਆਂ ਨੂੰ ਕਰਮ ਕਾਂਡੀ ਕਿਹਾ ਜਾਂਦਾ ਹੈ। ਹਿੰਦੂ ਸਮਾਜ ਵਿੱਚ ਇਸ ਦਾ ਬਹੁਤ ਜ਼ੋਰ ਹੈ। ਪੱਥਰਾਂ ਤੋਂ ਲੈ ਕੇ ਦਰਖਤਾਂ, ਪਹਾੜਾਂ, ਨਦੀਆਂ ਦੀ ਪੂਜਾ ਅਨੇਕ ਤਰ੍ਹਾਂ ਨਾਲ ਕੀਤੀ ਜਾਂਦੀ ਹੈ। ਦੂਜਾ ਹੈ ਗਿਆਨ ਖੰਡ। ਜਿੱਥੇ ਵੇਦਾਂ ਵਿੱਚ ਕਰਮ ਖੰਡ ਦਾ ਬਹੁਤ ਜ਼ਿਆਦਾ ਹਿੱਸਾ ਹੈ, ਉੱਥੇ ਗਿਆਨ ਖੰਡ ਦਾ ਹਿੱਸਾ ਬਹੁਤ ਥੋੜਾ ਹੈ। 1 ਲੱਖ ਮੰਤਰਾਂ ਵਿੱਚੋਂ ਕੇਵਲ 4000 ਹੀ ਗਿਆਨ ਖੰਡ ਦੀਆਂ ਰਚਨਾਵਾਂ ਹਨ, ਜਿਸ ਵਿੱਚ ਜੀਵ ਦਾ ਬ੍ਰਹਮ ਨਾਲ ਸੰਬੰਧ, ਉਸ ਦਾ ਸਰੂਪ ਅਤੇ ਲੋਕ ਪਰਲੋਕ ਦਾ ਵਿਚਾਰ ਹੈ। ਪਰਮਾਤਮਾ ਦੇ ਨਿਰਾਕਾਰ ਸਰੂਪ ਤੇ ਜ਼ਿਆਦਾ ਵਿਚਾਰ ਕੀਤਾ ਗਿਆ ਹੈ। ਮੈਂ ਕੀ ਹਾਂ, ਜਿਸ ਨੇ ਇਹ ਜਾਣ ਲਿਆ ਅਤੇ ਜੋ ਸੰਸਾਰ ਦੀਆਂ ਵਸਤੂਆਂ ਵਿੱਚੋਂ ਸੁੱਖ ਪ੍ਰਾਪਤ ਨਹੀਂ ਕਰਦਾ ਅਤੇ ਆਤਮਾ ਵਿੱਚ ਲੀਨ ਰਹਿੰਦਾ ਹੈ, ਉਹੀ ਗਿਆਨੀ ਕਹਿਲਾਂਦਾ ਹੈ।
ਇਸ ਖੰਡ ਨੂੰ ਮੰਨਣ ਵਾਲੇ ਬਹੁਤ ਥੋੜੇ ਹੁੰਦੇ ਹਨ, ਕਿਉਂਕਿ ਇਸ ਵਿੱਚ ਬਹੁਤ ਜ਼ਿਆਦਾ ਗਿਆਨ ਪ੍ਰਾਪਤ ਕਰਨਾ ਹੁੰਦਾ ਹੈ, ਜੋ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਤੀਸਰਾ ਹੈ ਉਪਾਸਨਾ ਖੰਡ। ਇਸ ਵੀ ਕਿਹਾ ਜਾਂਦਾ ਹੈ। ਉਪਾਸਨਾ ਦਾ ਅਰਥ ਹੈ ਉਪ ਭਾਵ ਸਮੀਪ, ਆਸਨਾ ਭਾਵ ਬੈਠਣਾ, ਆਪਣੇ ਇਸ਼ਟ ਕੋਲ ਬੈਠਣਾ। ਵੇਦਾਂ ਦੇ 1 ਲੱਖ ਮੰਤਰਾਂ ਵਿੱਚੋਂ 16,000 ਉਪਾਸਨਾ ਖੰਡ ਦੀਆਂ ਰਚਨਾਵਾਂ ਹਨ। ਇਸ ਵਿੱਚ ਈਸ਼ਵਰ ਦੇ ਭਜਨ ਦੀ ਵਿਧੀ ਦੱਸੀ ਗਈ ਹੈ। ਇਸ ਦੀ ਪਾਲਣਾ ਕਰਨ ਵਾਲੇ ਨੂੰ ਲੋਕ ਪਰਲੋਕ ਦੇ ਸੁੱਖ ਅਤੇ ਈਸ਼ਵਰ ਦੀ ਪ੍ਰਾਪਤੀ ਹੁੰਦੀ ਹੈ। ਅੰਤ ਵਿੱਚ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਮਨੁੱਖ ਕਰਮ ਅਤੇ ਗਿਆਨ ਖੰਡ ਨੂੰ ਛੱਡ ਕੇ ਉਪਾਸਨਾ ਖੰਡ ਨੂੰ ਹੀ ਸਵੀਕਾਰ ਕਰੇ। ਉਸ ਵੇਲੇ ਦੂਸਰਾ ਮਤ ਸੀ ਇਸਲਾਮ ਮਤ। ਇਸ ਧਰਮ ਦੇ ਬਾਨੀ ਸਨ ਮੁਹੰਮਦ ਸਾਹਿਬ। ਇਸ ਧਰਮ ਦੇ ਆਗੂ ਸਨ ਕਾਜ਼ੀ। ਇਹ ਜ਼ਿਆਦਾਤਰ ਮੁਸਲਮਾਨ ਹਾਕਮਾਂ ਦੇ ਸਲਾਹਕਾਰ ਹੁੰਦੇ ਸਨ ਅਤੇ ਨਿਆਂ ਕਰਨ ਦਾ ਕੰਮ ਵੀ ਇਹਨਾਂ ਕੋਲ ਹੀ ਸੀ। ਬਾਹਰੋਂ ਤਾਂ ਇਹ 5 ਨਮਾਜ਼ਾਂ ਪੜ੍ਹਨ ਵਾਲੇ, ਮੱਕੇ ਦੀ ਯਾਤਰਾ ਕਰਨ ਵਾਲੇ, ਰੋਜ਼ੇ ਰੱਖਣ ਵਾਲੇ ਅਤੇ ਸਾਰੇ ਵਿਖਾਵੇ ਦੇ ਕੰਮ ਕਰਨ ਵਾਲੇ ਸਨ, ਪਰ ਅੰਦਰੋਂ ਇਹ ਵੀ ਪਿੱਟੇ ਹੋਏ ਸਨ। ਇਸਲਾਮ ਮਤ ਵਿੱਚ ਰੂਹਾਨੀ ਮਤ ਦੇ 4 ਪੜਾਅ ਦੱਸੇ ਗਏ ਹਨ, ਜਿਸ ਨੂੰ ਸ਼ਰੀਅਤ, ਤਰੀਕਤ, ਮਾਰਫਤ ਅਤੇ ਹਕੀਕਤ ਕਹਿੰਦੇ ਹਨ। ਜਿਸ ਤਰ੍ਹਾਂ ਵੇਦਾਂ ਵਿੱਚ ਆਧਿਆਤਮਿਕ ਮਾਰਗੀ ਨੂੰ ਸਾਧਕ ਕਹਿੰਦੇ ਹਨ, ਉਸੇ ਤਰ੍ਹਾਂ ਸੂਫੀ ਰੂਹਾਨੀ ਪਾਂਦੀ ਨੂੰ ਸਾਲਿਕ ਕਹਿੰਦੇ ਹਨ। ਇਹਦੇ ਵਿੱਚ ਪਹਿਲਾ ਪੜਾਅ ਹੈ ਸ਼ਰੀਅਤ। ਸ਼ਰੀਅਤ ਦੇ ਸ਼ਾਬਦਿਕ ਅਰਥ ਹਨ ਮਾਰਗ, ਧਰਮ ਦਾ ਰਸਤਾ ਜਾਂ ਧਰਮ ਦੇ ਆਗੂ ਦੀ ਥਾਪੀ ਗਈ ਰੀਤ। ਇਸਲਾਮ ਵਿੱਚ ਅੱਲਾਹ ਦੇ ਥਾਪੇ ਹੋਏ ਕਾਨੂੰਨਾਂ ਦਾ ਪਾਲਨ ਕਰਨਾ ਅਤ ਲਾਜ਼ਮੀ ਹੈ। ਇਸ ਵਿੱਚ ਕੋਈ ਫੇਰ ਬਦਲ ਨਹੀਂ ਕਰ ਸਕਦਾ, ਨਾ ਹੀ ਇਸ ਦੀ ਆਲੋਚਨਾ ਹੋ ਸਕਦੀ ਹੈ, ਚਾਹੇ ਉਹ ਕੁਰਾਨ ਦੀ ਸ਼ਕਲ ਵਿੱਚ ਹੋਵੇ ਜਾਂ ਹਦੀਸ ਦੀ। ਰੂਹਾਨੀਅਤ ਦੇ ਇਸ ਰਾਹ ਦੀ ਪਹਿਲੀ ਮੰਜ਼ਿਲ ਹੈ ਨਾਸੂਤ ਭਾਵ ਇਨਸਾਨੀਅਤ। ਇਸ ਵਾਸਤੇ ਸ਼ਰੀਅਤ ਅਨੁਸਾਰ ਚੱਲਣਾ ਅਤ ਲਾਜ਼ਮੀ ਹੈ। ਦੂਸਰਾ ਹੈ ਤਰੀਕਤ। ਇਹ ਸ਼ਰੀਅਤ ਦਾ ਅਗਲਾ ਦਰਜਾ ਹੈ, ਜਿਸ ਵਿੱਚ ਸਾਲਿਕ ਨੂੰ ਹਕੀਕਤ ਦੀ ਤਲਾਸ਼ ਲਈ ਉਸਤਾਦ ਦੀ ਲੋੜ ਪੈਂਦੀ ਹੈ, ਜਿਸ ਨੂੰ ਸ਼ੇਖ, ਮੁਰਸ਼ਦ ਜਾਂ ਪੀਰ ਕਿਹਾ ਜਾਂਦਾ ਹੈ। ਇਸ ਮੁਰਸ਼ਦ ਦੀ ਤਲਾਸ਼ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਮੁਰਸ਼ਦ ਜਾਂ ਉਸਤਾਦ ਤੋਂ ਬਿਨਾਂ ਇਨਸਾਨ ਇਕੱਲਾ ਹੁੰਦਾ ਹੈ ਤੇ ਉਹ ਸ਼ੈਤਾਨ ਲਈ ਇੱਕ ਆਸਾਨ ਸ਼ਿਕਾਰ ਹੁੰਦਾ ਹੈ। ਮੁਰਸ਼ਦ ਜਾਂ ਉਸਤਾਦ ਦੇ ਨਾਲ ਹੋਣ ਨਾਲ ਇਨਸਾਨ ਸ਼ੈਤਾਨ ਤੋਂ ਕਾਫੀ ਹੱਦ ਤੱਕ ਬਚ ਜਾਂਦਾ ਹੈ। ਮੁਰਸ਼ਦ ਦੇ ਦੱਸੇ ਰਾਹ ਤੇ ਚੱਲ ਕੇ ਇਨਸਾਨ ਦਾ ਸੁਭਾਅ ਇਨਸਾਨ ਤੋਂ ਫਰਿਸ਼ਤੇ ਵਾਲਾ ਹੋ ਜਾਂਦਾ ਹੈ। ਰੂਹਾਨੀਅਤ ਦੇ ਇਸ ਮੰਜ਼ਿਲ ਨੂੰ ਮਲਕੂਤ ਕਹਿੰਦੇ ਹਨ। ਤੀਸਰਾ ਹੈ ਮਾਰਫਤ। ਇਹ ਅਰਬੀ ਦਾ ਅੱਖਰ ਹੈ। ਇਸ ਦਾ ਅਰਥ ਹੈ ਪਛਾਣ ਜਾਂ ਗਿਆਨ। ਇਸ ਪੜਾਅ ਵਿੱਚ ਸਾਲਕ ਨੂੰ ਆਤਮ ਗਿਆਨ ਦੀ ਅਥਾਹ ਸ਼ਕਤੀ ਪ੍ਰਾਪਤ ਹੋ ਜਾਂਦੀ ਹੈ। ਇਸ ਮੰਜ਼ਿਲ ਨੂੰ ਜ਼ਬਰੂਤ ਕਿਹਾ ਜਾਂਦਾ ਹੈ। ਚੌਥਾ ਹੈ ਹਕੀਕਤ। ਇਸ ਵਿੱਚ ਹਕੀਕਤ ਜਾਂ ਸੱਚ ਦੀ ਪ੍ਰਾਪਤੀ ਹੋ ਜਾਣ ਕਰਕੇ ਸਾਲਿਕ ਸਭ ਕਲਪਿਤ ਚੀਜ਼ਾਂ ਤੋਂ ਬੇਨਿਆਜ਼ ਹੋ ਕੇ ਵਸਲ ਨੂੰ ਪ੍ਰਾਪਤ ਹੋ ਜਾਂਦਾ ਹੈ। ਵਸਲ ਤੋਂ ਭਾਵ ਸਾਲਿਕ ਅੱਲਾਹ ਵਿੱਚ ਅਪੇਦ ਹੋ ਜਾਂਦਾ ਹੈ। ਇਸ ਮੰਜ਼ਿਲ ਨੂੰ ਲਾਉਤ ਕਹਿੰਦੇ ਹਨ। ਇਹਨਾਂ ਸਾਰੀਆਂ ਰਸਮਾਂ ਜਾਂ ਭਟਕਣਾ ਵਿੱਚ ਸੀ। ਇਹ ਸਾਰੇ ਰਸਤੇ ਇਤਨੇ ਗੁੰਝਲਦਾਰ ਸਨ ਕਿ ਆਮ ਮਨੁੱਖ ਕੇਵਲ ਪਾਂਡਿਆਂ ਜਾਂ ਕਾਜ਼ੀਆਂ ਦੇ ਹੱਥਾਂ ਦੀ ਕਠਪੁਤਲੀ ਹੀ ਬਣ ਕੇ ਰਹਿ ਗਿਆ ਸੀ। ਇਹਨਾਂ ਧਰਮ ਦੇ ਆਗੂਆਂ ਨੇ ਆਪਣੀ ਉਦਰਪੂਰਤੀ ਜਾਂ ਸ਼ੋਭਾ ਵਾਸਤੇ ਆਮ ਲੋਕਾਂ ਨੂੰ ਕਰਮ ਕਾਂਡਾਂ ਵਿੱਚ ਫਸਾਈ ਰੱਖਿਆ ਸੀ। ਆਮ ਮਨੁੱਖ ਨੂੰ ਪਰਮਾਤਮਾ ਦੀ ਕੋਈ ਸੋਝੀ ਨਹੀਂ ਸੀ। ਗੁਰੂ ਸਾਹਿਬ ਨੇ ਸੰਸਾਰ ਦੀ ਹਾਲਤ ਵੇਖ ਕੇ ਮਨੁੱਖ ਨੂੰ ਸਿੱਧੇ ਪਰਮਾਤਮਾ ਦੇ ਨਾਲ ਜੋੜਨ ਦਾ ਨਿਰਾਲਾ ਯਤਨ ਕੀਤਾ। ਇੱਕ ਐਸਾ ਰਾਹ ਮਨੁੱਖ ਦੀ ਝੋਲੀ ਵਿੱਚ ਪਾਇਆ, ਜਿਸ ਵਿੱਚ ਕਿਸੇ ਪੰਡਤ ਜਾਂ ਵਿਚੋਲੇ ਦੀ ਲੋੜ ਨਹੀਂ ਸੀ। ਪਰਮਾਤਮਾ ਦੇ ਬੋਲਾਂ ਨਾਲ ਜੁੜ ਕੇ ਮਨੁੱਖ ਸਿੱਧਾ ਪਰਮਾਤਮਾ ਦੇ ਨਾਲ ਜੁੜ ਸਕਦਾ ਹੈ। ਅੱਜ ਅਸੀਂ ਰੂਹਾਨੀਅਤ ਦੇ ਸਫ਼ਰ ਦੇ ਉਹਨਾਂ 5 ਪੜਾਵਾਂ ਦੀ ਵਿਚਾਰ ਕਰਾਂਗੇ ਜੋ ਗੁਰੂ ਨਾਨਕ ਸਾਹਿਬ ਜੀ ਨੇ ਜਪਜੀ ਸਾਹਿਬ ਵਿੱਚ ਦੱਸੇ ਹਨ। ਨਾਨਕ ਸਾਹਿਬ ਜੀ ਨੇ ਇਹਨਾਂ ਨੂੰ 5 ਖੰਡ ਕਿਹਾ ਹੈ। ਖੰਡ ਦਾ ਅਰਥ ਹੈ ਟੁਕੜਾ। ਖੰਡ ਦਾ ਅਰਥ ਮਹਾਨ ਕੋਸ਼ ਵਿੱਚ ਦਰਜਾ ਜਾਂ ਮੰਜ਼ਿਲ ਵੀ ਕੀਤਾ ਗਿਆ ਹੈ। ਇਹ 5 ਖੰਡ ਅਧਿਆਤਮਿਕ ਸਫ਼ਰ ਦੀਆਂ 5 ਪੌੜੀਆਂ ਹਨ, ਭਾਵ ਮਨ ਦੀਆਂ 5 ਤਬਦੀਲੀਆਂ।
ਜੋ ਮਨੁੱਖ ਆਤਮ ਤਰੱਕੀ ਦੇ ਰਾਹ ਤੇ ਚੱਲਦਾ ਹੈ, ਉਸਦੇ ਜੀਵਨ ਵਿੱਚ ਇਹ ਪੰਜ ਪੜਾਅ, ਪੰਜ ਅਵਸਥਾਵਾਂ ਆਉਂਦੀਆਂ ਹਨ। ਇਸ ਸਫ਼ਰ ਦਾ ਪਹਿਲਾ ਪੜਾਅ ਹੈ ਧਰਮਖੰਡ। ਧਰਮ ਦੇ ਅਰਥ ਹਨ। ਧਰਮ ਇੱਕ ਸੰਸਕ੍ਰਿਤ ਦਾ ਸ਼ਬਦ ਹੈ। ਇਸ ਦੀ ਧਾਤੂ ਧਰ ਹੈ ਅਤੇ ਇਸ ਦਾ ਅਰਥ ਹੈ ਧਾਰਨ ਕਰਨਾ। ਧਾਰਨ ਦੇ ਤਿੰਨ ਤਰੀਕੇ ਹਨ। ਪਹਿਲਾ, ਧਾਰਨ ਕਰਨ ਵਾਲਾ, ਜਿਸ ਨੇ ਸਭ ਨੂੰ ਧਾਰਨ ਕੀਤਾ ਹੈ, ਭਾਵ ਪਵਿੱਤਰ ਨਿਯਮ, ਸਭ ਕੁਲ ਉਧਰੀ ਇੱਕ ਨਾਮ ਧਰਮ। ਦੂਜਾ, ਜੋ ਧਾਰਨ ਕਰਨ ਯੋਗ ਹੈ, ਜਿਵੇਂ ਸ਼ੁਭ ਗੁਣ ਧਾਰਨ ਕਰਨ ਯੋਗ ਹਨ ਅਤੇ ਅਵਗੁਣ ਨਾ ਧਾਰਨ ਕਰਨ ਯੋਗ ਹਨ। ਨਹਿ ਬਿਲੰਗ ਧਰਮੰ ਬਿਲੰਗ ਪਾਪੰ। ਤੀਸਰਾ, ਉਹ ਚੀਜ਼ ਜੋ ਬਦਲਾਵ ਵਿੱਚ ਹਿੱਸਾ ਨਾ ਲੈ ਕੇ ਬਦਲਾਵ ਨੂੰ ਕੰਟਰੋਲ ਕਰੇ। ਉਹ ਸਿਧਾਂਤ ਜੋ ਸਿਖਰ ਤੇ ਹਨ। ਇਸ ਤੋਂ ਇਲਾਵਾ ਧਰਮ ਦੇ ਅਰਥ ਹਨ। ਧਰਮ ਭਾਵ ਸੁਭਾਅ, ਕਿਸੇ ਕੁਦਰਤੀ ਜਾਂ ਗੈਰ ਕੁਦਰਤੀ ਤੱਤ ਦਾ ਸੁਭਾਅ, ਜਿਵੇਂ ਅੱਗ ਦਾ ਸੁਭਾਅ ਹੈ ਜਲਾਣਾ, ਪਾਣੀ ਦਾ ਸੁਭਾਅ ਹੈ ਨਿਵਾਣ ਵੱਲ ਨੂੰ ਜਾਣਾ। ਧਰਮ ਭਾਵ ਫਰਜ਼, ਨਿਆਏ ਜਾਂ ਇਨਸਾਫ। ਧਰਮ ਕੋਈ ਸਮਾਜਿਕ ਨਿਯਮ। ਧਰਮ ਭਾਵ ਮਜ਼ਹਬ ਜਾਂ ਸੰਪਰਦਾਵਾਂ ਅਤੇ ਉਹਨਾਂ ਵਿੱਚ ਕੀਤੇ ਜਾਣ ਵਾਲੇ ਰਸਮੋ ਰਿਵਾਜ। ਇੱਥੇ ਧਰਮ ਦਾ ਖੰਡ ਵਿੱਚ ਧਰਮ ਦਾ ਅਰਥ ਹੈ ਨਿਯਮ। ਜਿਸ ਨਿਯਮ ਦੇ ਆਧਾਰ ਤੇ ਮਨੁੱਖ ਨੇ ਜੀਵਨ ਜਿਉਣਾ ਸਿੱਖਣਾ ਹੈ। ਮਨੁੱਖ ਨੇ ਜੀਵਨ ਧਰਤੀ ਤੇ ਜੀਣਾ ਹੈ। ਇਸ ਲਈ ਗੁਰੂ ਸਾਹਿਬ ਪਹਿਲਾਂ ਇਸ ਧਰਤੀ ਦੀ ਜਾਣਕਾਰੀ ਮਨੁੱਖ ਨੂੰ ਦਿੰਦੇ ਹਨ, ਜਿੱਥੇ ਮਨੁੱਖ ਰੱਬ ਦਾ ਪ੍ਰਾਹੁਣਾ ਬਣ ਕੇ ਆਇਆ ਹੈ। ਜਿਸ ਤਰ੍ਹਾਂ ਕਿਸੇ ਬੱਚੇ ਨੂੰ ਜਦੋਂ ਸਕੂਲ ਵਿੱਚ ਦਾਖਲ ਕਰੀਏ ਤਾਂ ਉਸ ਤੋਂ ਪਹਿਲਾਂ ਸਕੂਲ ਦੇ ਨਿਯਮ, ਸਮਾਂ ਅਤੇ ਹੋਰ ਨੇਮ ਆਦਿ ਸਮਝਾਏ ਜਾਂਦੇ ਹਨ। ਉਸੇ ਤਰ੍ਹਾਂ ਗੁਰੂ ਸਾਹਿਬ ਜੀ ਧਰਤੀ ਰੂਪੀ ਸਕੂਲ ਦੇ ਨਿਯਮ ਸਮਝਾ ਰਹੇ ਹਨ ਕਿ ਰਾਤਾਂ, ਰੁੱਤਾਂ, ਦਿਨਾਂ, ਵਾਰਾਂ, ਅਗਨੀ, ਪਾਣੀ ਦੇ ਸਮੂਹ ਜਾਂ ਇਕੱਠ ਵਿੱਚ ਪ੍ਰਭੂ ਨੇ ਧਰਤੀ ਰੱਖੀ ਹੈ, ਜਿਸ ਨੂੰ ਧਰਮਸ਼ਾਲ ਕਿਹਾ ਗਿਆ ਹੈ, ਜੋ ਧਰਮ ਕਮਾਉਣ ਦਾ ਅਸਥਾਨ ਹੈ। ਬਾਕੀ ਮਤਾਂ ਵਿੱਚ ਕਿਹਾ ਜਾਂਦਾ ਹੈ ਕਿ ਪਰਮਾਤਮਾ ਨੇ ਧਰਤੀ ਬਣਾਈ ਹੈ, ਪਰ ਗੁਰੂ ਸਾਹਿਬ ਕਹਿੰਦੇ ਹਨ ਕਿ ਸਾਚੇ ਤੇ ਪਵ ਨਾ ਪਿਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ, ਘਟ ਘਟ ਜੋਤ ਸਮੋਏ। ਭਾਵ ਪਰਮਾਤਮਾ ਆਪ ਹੀ ਸੂਖਮ ਤੱਤ ਪਵਨ ਬਣ ਗਿਆ ਤੇ ਪਵਨ ਤੋਂ ਜਲ ਬਣਿਆ ਅਤੇ ਜਲ ਵਿੱਚੋਂ ਹੀ ਜੀਵ ਦੇ ਪਹਿਲੇ ਸੈੱਲ ਦੀ ਉਤਪਤੀ ਹੋਈ। ਭਾਵ ਪਰਮਾਤਮਾ ਨੇ ਆਪ ਹੀ ਨਿਰਾਕਾਰ ਤੋਂ ਆਪਣਾ ਸਾਕਾਰ ਰੂਪ ਬਣਾ ਲਿਆ। ਇਹ ਬਹੁਤ ਵਿਸਮਾਤਕ ਗੱਲ ਹੈ ਕਿ ਅਸੀਂ ਪਰਮਾਤਮਾ ਨੂੰ ਅਭੂਤ ਕਹਿੰਦੇ ਹਾਂ, ਭਾਵ ਪੰਜ ਤੱਤਾਂ ਤੋਂ ਪਰੇ ਜਾਂ ਚੇਤਨ। ਫਿਰ ਚੇਤਨ ਤੋਂ ਪਦਾਰਥ ਕਿਵੇਂ ਬਣਿਆ ਹੋਵੇਗਾ? ਇਹ ਅੱਜ ਤੱਕ ਰਾਜ਼ ਹੀ ਬਣਿਆ ਹੋਇਆ ਹੈ। ਜਿੱਥੇ ਮਨੁੱਖ ਨੇ ਜਨਮ ਲਿਆ ਹੈ, ਉਸ ਧਰਤੀ ਵਿੱਚ ਪਵਨ, ਪਾਣੀ, ਅਗਨੀ ਮੌਜੂਦ ਹੈ। ਇੱਥੇ ਦਿਨ ਰਾਤ ਕਰਕੇ ਤਰੀਕਾਂ ਬਦਲਦੀਆਂ ਹਨ, ਰੁੱਤਾਂ ਬਦਲਦੀਆਂ ਹਨ। ਇਸ ਧਰਤੀ ਤੇ ਅਨੇਕਾਂ ਹੀ ਤਰ੍ਹਾਂ ਦੇ ਜੀਵ, ਅਨੇਕਾਂ ਹੀ ਜੁਗਤੀਆਂ ਭਾਵ ਤਰੀਕਿਆਂ ਨਾਲ ਵਸਦੇ ਹਨ। ਹਰ ਜੀਵ ਦੇ ਜੀਵਨ ਦਾ ਢੰਗ ਵੱਖਰਾ ਹੈ, ਜੀਵਨ ਦਾ ਲਕਸ਼ ਵੱਖਰਾ ਹੈ, ਜੀਵਨ ਦਾ ਅਨੁਭਵ ਭਾਵ ਸਮਝ ਵੱਖਰੀ ਹੈ। ਕੋਈ ਕਿਸੇ ਨਾਲ ਪੂਰੀ ਤਰ੍ਹਾਂ ਮੇਲ ਨਹੀਂ ਖਾਂਦਾ। ਅਨੇਕਾਂ ਹੀ ਨਾਵਾਂ ਦੇ ਜੀਵ, ਜਿਨ੍ਹਾਂ ਦੀ ਬੋਲਚਾਲ, ਖਾਣਾ ਪੀਣਾ, ਪਹਿਰਾਵਾ, ਰੀਤੀ ਰਿਵਾਜ, ਰਸਮਾਂ, ਧਾਰਮਿਕ ਮਾਨਤਾਵਾਂ ਸਭ ਕੁਝ ਵੱਖਰਾ ਹੈ, ਇਸ ਧਰਤੀ ਤੇ ਵਸਦੇ ਹਨ। ਪਰ ਇਤਨਾ ਭੇਦ ਹੋਣ ਦੇ ਬਾਵਜੂਦ ਇਹਨਾਂ ਜੀਵਾਂ ਦੇ ਚੰਗੇ ਜਾਂ ਮੰਦੇ ਹੋਣ ਵਾਸਤੇ ਪਰਮਾਤਮਾ ਦਾ ਇੱਕੋ ਹੀ ਸਿਧਾਂਤ ਕੰਮ ਕਰਦਾ ਹੈ, ਕਰਮ ਸਿਧਾਂਤ। ਸਾਰੇ ਜੀਵਾਂ ਦੇ ਕਰਮਾਂ ਦੇ ਅਨੁਸਾਰ ਹੀ ਮਨੁੱਖਾਂ ਦਾ ਨਿਬੇੜਾ ਹੁੰਦਾ ਹੈ। ਜਿਵੇਂ ਸਕੂਲ ਵਿੱਚ ਅਨੇਕਾਂ ਹੀ ਧਰਮਾਂ ਦੇ ਵਿਦਿਆਰਥੀ ਪੜ੍ਹਦੇ ਹਨ, ਪਰ ਸਕੂਲ ਦਾ ਇੱਕੋ ਹੀ ਨਿਯਮ ਸਭ ਤੇ ਲਾਗੂ ਹੁੰਦਾ ਹੈ। ਕਰਮ ਮਨੁੱਖ ਦੋ ਤਰ੍ਹਾਂ ਦੇ ਕਰਦਾ ਹੈ, ਇੱਕ ਸਰੀਰਕ ਕਰਮ ਤੇ ਦੂਜਾ ਮਾਨਸਿਕ ਕਰਮ। ਸਰੀਰਕ ਕਰਮਾਂ ਨੂੰ ਅਪਰਾਧ ਤੇ ਮਾਨਸਿਕ ਕਰਮਾਂ ਨੂੰ ਪਾਪ ਕਿਹਾ ਜਾਂਦਾ ਹੈ। ਸਰੀਰ ਦੁਆਰਾ ਕੀਤੇ ਕਰਮ ਤੱਕ ਸਮਾਜ ਦੀ ਪਹੁੰਚ ਹੈ, ਪਰ ਮਾਨਸਿਕ ਕਰਮ ਨੂੰ ਸਮਾਜ ਨਹੀਂ ਪਕੜ ਸਕਦਾ। ਇਸ ਲਈ ਪਾਪ ਲੁਕੇ ਰਹਿੰਦੇ ਹਨ ਤੇ ਅਪਰਾਧ ਪ੍ਰਗਟ ਹੋ ਜਾਂਦੇ ਹਨ। ਮਨੁੱਖ ਹਰ ਕੰਮ ਕਰਤਾ ਬਣ ਕੇ ਕਰਦਾ ਹੈ, ਇਸ ਲਈ ਕਰਮ ਫਲ ਨਾਲ ਵੀ ਜੁੜਿਆ ਰਹਿੰਦਾ ਹੈ। ਕਰਮ ਬੀਜ ਹੈ, ਜੇ ਉਸ ਉੱਤੇ ਮੈਂ ਆਪਣੀ ਮੋਹਰ ਲਗਾਈ ਤਾਂ ਇਸ ਦਾ ਫਲ ਚੰਗਾ ਜਾਂ ਮੰਦਾ ਮੇਰੇ ਹਿੱਸੇ ਹੀ ਆਵੇਗਾ।
ਪਰ ਜੇਕਰ ਪਰਮਾਤਮਾ ਦੇ ਨਾਮ ਦੀ ਮੋਹਰ ਲਗਾ ਦਿੱਤੀ ਜਾਏ ਤਾਂ ਫਿਰ ਕਰਮ ਦੇ ਫਲ ਤੋਂ ਬਚਿਆ ਜਾ ਸਕਦਾ ਹੈ। ਰੱਬ ਦੇ ਇਹਨਾਂ ਨਿਯਮਾਂ ਤੋਂ ਕੋਈ ਵੀ ਬਚ ਨਹੀਂ ਸਕਦਾ। ਜੋ ਇਹਨਾਂ ਨਿਯਮਾਂ ਜੋ ਇਹ ਕਰਮ ਫਲਾਂ ਤੋਂ ਉੱਪਰ ਉੱਠ ਜਾਂਦੇ ਹਨ ਅਤੇ ਜਿਨ੍ਹਾਂ ਨੂੰ ਆਪਣੇ ਆਪ ਦੀ ਸੋਝੀ ਆ ਜਾਂਦੀ ਹੈ, ਉਹ ਪੰਜ ਭਾਵ ਸਿਰਮੌਰ ਸੰਤ ਜਨ ਪਰਮਾਤਮਾ ਦੇ ਦਰ ਤੇ ਭਾਵ ਇਸ ਸੰਸਾਰ ਵਿੱਚ ਪ੍ਰਤੱਖ ਹੋ ਕੇ ਸ਼ੋਭਾ ਪਾਉਂਦੇ ਹਨ। ਇਹ ਸੰਸਾਰ ਹੀ ਪਰਮਾਤਮਾ ਦਾ ਘਰ ਹੈ, ਕਿਉਂਕਿ ਪਰਮਾਤਮਾ ਸਾਕਾਰ ਰੂਪ ਹੋ ਕੇ ਇਸ ਧਰਤੀ ਦੇ ਹਰ ਜੀਵ ਹਰ ਜ਼ਰੇ ਵਿੱਚ ਵਾਸ ਕਰਦਾ ਹੈ। ਪਰਮਾਤਮਾ ਦੀ ਕਿਰਪਾ ਦਾ ਸਦਕਾ ਉਹਨਾਂ ਗੁਰਮੁਖਾਂ ਸੰਤ ਜਨਾਂ ਦੇ ਮੱਥੇ ਤੇ ਸ਼ੁਭ ਗੁਣਾਂ ਦੀ ਚਮਕ ਦਿਸਦੀ ਹੈ, ਭਾਵ ਉਹਨਾਂ ਦਾ ਔਰਾ ਐਸਾ ਹੋ ਜਾਂਦਾ ਹੈ ਕਿ ਹੋਰ ਮਨੁੱਖਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ। ਕਿਰਪਾ ਤਾਂ ਪਰਮਾਤਮਾ ਸਦਾ ਹੀ ਕਰਦਾ ਹੈ ਅਤੇ ਸਭਨਾਂ ਤੇ ਕਰਦਾ ਹੈ। ਉਸ ਕਿਰਪਾ ਨੂੰ ਆਪਣੇ ਜੀਵਨ ਵਿੱਚ ਆਣ ਦੇਣਾ ਹੈ ਜਾਂ ਨਹੀਂ, ਇਸ ਦਾ ਫੈਸਲਾ ਮਨੁੱਖ ਨੇ ਕਰਨਾ ਹੈ। ਐਸੇ ਰੱਬੀ ਪਿਆਰਿਆਂ ਦੇ ਸ਼ੁਭ ਗੁਣਾਂ ਦੀ ਸੁਗੰਧ ਬਾਕੀ ਲੋਕਾਈ ਨੂੰ ਵੀ ਮੁਤਾਸਰ ਕਰਦੀ ਹੈ। ਮਨੁੱਖ ਕੱਚੇ ਆਚਰਣ ਵਾਲਾ ਹੈ ਜਾਂ ਪੱਕੇ, ਇਸ ਦਾ ਨਿਬੇੜਾ ਕੇਵਲ ਰੱਬੀ ਨਿਯਮਾਂ ਦੇ ਵਿੱਚ ਹੀ ਹੋ ਸਕਦਾ ਹੈ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਧਰਮਖੰਡ ਧਰਮ ਵਿੱਚ ਪ੍ਰਵਿਰਤ ਹੋਣ ਦੀ ਅਵਸਥਾ ਹੈ। ਜਿਵੇਂ ਸਿੱਖ ਦਾ ਖੰਡੇ ਦੀ ਪੌਲ ਲੈ ਕੇ ਗੁਰੂ ਧਾਰਨ ਕਰਨਾ, ਇਹ ਧਰਮਖੰਡ ਦੀ ਅਵਸਥਾ ਹੈ। ਮਾਨੋ ਸਕੂਲ ਵਿੱਚ ਵਿਦਿਆਰਥੀ ਦਾ ਦਾਖਲਾ ਹੋ ਗਿਆ। ਇਸ ਸਫ਼ਰ ਦੇ ਵਿੱਚ ਦੂਸਰਾ ਹੈ ਗਿਆਨ ਖੰਡ। ਸਕੂਲ ਵਿੱਚ ਦਾਖਲ ਹੋਣ ਤੋਂ ਬਾਅਦ ਫਿਰ ਪੜ੍ਹਾਈ ਸ਼ੁਰੂ ਹੁੰਦੀ ਹੈ, ਜਿਸ ਨੂੰ ਗੁਰੂ ਸਾਹਿਬ ਨੇ ਗਿਆਨ ਖੰਡ ਕਿਹਾ ਹੈ। ਗੁਰੂ ਦੀ ਸ਼ਰਨ ਵਿੱਚ ਆ ਕੇ ਮਨੁੱਖ ਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਸਾਹਿਬ ਨੂੰ ਇਹ ਪਹਿਲਾਂ ਹੀ ਪਤਾ ਸੀ ਕਿ ਮਨੁੱਖ ਸੰਸਾਰ ਵਿੱਚ ਵਿਚਰਦਿਆਂ ਹੋਇਆ ਕਈ ਤਰ੍ਹਾਂ ਦੇ ਗਿਆਨ ਤੇ ਅਨੁਭਵ ਇਕੱਠਾ ਕਰੀ ਬੈਠਾ ਹੈ, ਤੇ ਇਸ ਨੂੰ ਅਹੰਕਾਰ ਵੀ ਬੜਾ ਹੈ। ਇਸ ਲਈ ਇਸ ਖੰਡ ਵਿੱਚ ਗੁਰੂ ਸਾਹਿਬ ਮਨੁੱਖ ਨੂੰ ਸਾਰੇ ਬ੍ਰਹਮੰਡ ਦੇ ਦਰਸ਼ਨ ਕਰਵਾ ਕੇ ਮਨੁੱਖ ਨੂੰ ਬ੍ਰਹਮੰਡ ਦੇ ਵਿੱਚ ਉਸ ਦਾ ਸਥਾਨ ਦਿਖਾ ਰਹੇ ਹਨ ਕਿ ਮਨੁੱਖ ਦੀ ਹੈਸੀਅਤ ਇਸ ਪੂਰੇ ਬ੍ਰਹਮੰਡ ਦੇ ਵਿੱਚ ਇੱਕ ਜ਼ਰੇ ਤੋਂ ਵੱਧ ਨਹੀਂ ਹੈ। ਅਕਾਲ ਪੁਰਖ ਦੀ ਇਸ ਰਚਨਾ ਵਿੱਚ ਕਈ ਤਰ੍ਹਾਂ ਦੇ ਪਵਨ, ਪਾਣੀ ਤੇ ਅਗਨੀ ਹਨ। ਸਾਇੰਸ ਨੇ ਅੱਜ ਪ੍ਰਗਟਾਵਾ ਕਰ ਦਿੱਤਾ ਹੈ ਕਿ ਪਵਨ ਵੀ ਕਈ ਤਰ੍ਹਾਂ ਦੀ ਹੈ, ਜਿਵੇਂ ਸਥਾਨੀ ਪਵਨ, ਖੁਸ਼ਕ ਪਵਨ, ਹਮਸ ਪਵਨ, ਧਰੁਵੀ ਪਵਨ, ਪੋਲਰ ਵਿੰਡ, ਮੌਨਸੂਨ ਵਿੰਡ ਆਦਿ ਉੱਤੇ ਅਲੱਗ-ਅਲੱਗ ਲੈਵਲ ਤੇ ਅਲੱਗ-ਅਲੱਗ ਪਵਨ ਦਾ ਪ੍ਰਭਾਵ ਮਿਲਦਾ ਹੈ। ਸਾਡੇ ਸਰੀਰ ਦੇ ਅੰਦਰ ਹੀ ਕਈ ਤਰ੍ਹਾਂ ਦੀ ਪਵਨ ਬਾਰੇ ਵੈਦ ਦੱਸਦੇ ਹਨ, ਜਿਵੇਂ ਵਿਆਨ, ਸਮਾਨ, ਅਪਾਨ, ਨਿਦਾਨ, ਉਦਾਨ, ਪ੍ਰਾਣ ਆਦਿ। ਪਾਣੀ ਵੀ ਤਿੰਨ ਤਰੀਕਿਆਂ ਨਾਲ ਧਰਤੀ ਤੇ ਮੌਜੂਦ ਹੈ: ਵਾਸ਼ਪ, ਦ੍ਰਵ ਅਤੇ ਹਿਮ। ਇਸ ਦੀ ਅੱਗੇ ਕਈ ਕਿਸਮਾਂ ਅੱਜ ਸਾਇੰਸ ਨੇ ਪ੍ਰੂਵ ਕਰ ਦਿੱਤੀਆਂ ਹਨ, ਜਿਵੇਂ ਖਾਰਾ ਪਾਣੀ, ਕਠੋਰ ਪਾਣੀ, ਸਮੁੰਦਰੀ ਪਾਣੀ, ਕੱਚਾ ਪਾਣੀ, ਕਾਲਾ ਪਾਣੀ ਆਦਿ। ਅਗਨੀ ਦੇ ਵੀ ਕਈ ਰੂਪ ਹਨ, ਜਿਵੇਂ ਸਾਧਾਰਨ ਅਗਨੀ ਜੋ ਕੋਲੇ, ਕੱਪੜੇ, ਕਾਗਜ਼ ਆਦਿ ਨਾਲ, ਦ੍ਰਵ ਅਗਨੀ ਜੋ ਡੀਜ਼ਲ, ਪੈਟਰੋਲ ਆਦਿ ਨਾਲ, ਰਸਾਇਣ ਅਗਨੀ ਜਾਂ ਵਿਦਯੁਤ ਅਗਨੀ, ਧਾਤੂ ਅਗਨੀ ਆਦਿ। ਇਸ ਤੋਂ ਇਲਾਵਾ ਮਨੁੱਖ ਦੇ ਸਰੀਰ ਦੇ ਅੰਦਰ ਵੀ ਕਈ ਤਰ੍ਹਾਂ ਦੀ ਅਗਨੀ ਆਯੁਰਵੇਦ ਵਾਲੇ ਦੱਸਦੇ ਹਨ, ਜਿਵੇਂ ਜਠਰ ਅਗਨੀ, ਦਿਵਯ ਅਗਨੀ, ਆਵਨੀ ਅਗਨੀ ਆਦਿ। ਫਿਰ ਇਸ ਧਰਤੀ ਤੇ ਕਿਤਨੇ ਹੀ ਕ੍ਰਿਸ਼ਨ, ਮਹੇਸ਼, ਸ਼ਿਵ ਵਰਗੇ ਕਰਮ ਕਰਨ ਵਾਲੇ ਆਏ ਤੇ ਚਲੇ ਗਏ ਅਤੇ ਅੱਜ ਵੀ ਮੌਜੂਦ ਹਨ। ਵੱਖ-ਵੱਖ ਰੂਪ ਵਾਲੇ, ਭਾਵ ਹਰ ਤਰ੍ਹਾਂ ਦੀ ਜਾਤ ਵਿੱਚ ਵੱਖ-ਵੱਖ ਭੇਖ ਧਾਰਨ ਕਰਨ ਵਾਲੇ, ਬੇਅੰਤ ਹੀ ਬ੍ਰਹਮਾ ਵਰਗੇ ਰਚਨਾਤਮਕ ਕਰਮ ਕਰਨ ਵਾਲੇ ਲੋਕ ਰਹਿੰਦੇ ਹਨ। ਬੇਅੰਤ ਹੀ ਧਰਤੀਆਂ ਹਨ, ਜਿਨ੍ਹਾਂ ਤੇ ਵੀ ਇਹ ਸਾਰੇ ਕਰਮ ਕੀਤੇ ਜਾ ਰਹੇ ਹਨ। ਉਹਨਾਂ ਧਰਤੀਆਂ ਤੇ ਵੀ ਬੇਅੰਤ ਮੇਰ ਪਰਬਤ ਵਾਲੇ ਵਰਗੇ ਵੱਡੇ ਅਤੇ ਧਰੁਵ ਵਰਗੇ ਹਨ, ਜੋ ਉਪਦੇਸ਼ ਕਰਦੇ ਹਨ। ਬੇਅੰਤ ਹੀ ਇੰਦਰ, ਦੇਵਤੇ, ਚੰਦ ਅਤੇ ਸੂਰਜ ਹਨ। ਬੇਅੰਤ ਹੀ ਐਸੇ ਮੰਡਲ ਹਨ, ਜਿੱਥੇ 12 ਰਾਜੇ ਜੁਦਾ-ਜੁਦਾ ਰਾਜ ਕਰਦੇ ਹਨ। ਬੇਅੰਤ ਸਿੱਧ ਭਾਵ ਪੂਰਨ ਪੁਰਖ, ਬੇਅੰਤ ਹੀ ਆਤਮਕ ਤੌਰ ਤੇ ਜਾਗੇ ਹੋਏ ਅਤੇ ਬੇਅੰਤ ਹੀ ਨਾਥ ਭਾਵ ਮਾਲਕ ਅਤੇ ਬੇਅੰਤ ਹੀ ਉਹਨਾਂ ਦੇ ਦੇਵੀਆਂ ਦੇ ਪਹਿਰਾਵੇ ਹਨ। ਅਕਾਲ ਪੁਰਖ ਦੀ ਰਚਨਾ ਵਿੱਚ ਬੇਅੰਤ ਹੀ ਦੇਵ, ਦਾਨਵ ਭਾਵ ਚੰਗੇ, ਬੇਅੰਤ ਹੀ ਮੁਨੀ ਜਨ ਭਾਵ ਮੌਨ ਧਾਰਨ ਕਰਨ ਵਾਲੇ ਜਾਂ
ਜਿਨ੍ਹਾਂ ਦਾ ਮਨ ਵਿਕਾਰਾਂ ਵੱਲ ਅਤੇ ਬੇਅੰਤ ਹੀ ਰਤਨਾਂ ਦੇ ਭਰੇ ਸਮੁੰਦਰ ਹਨ। ਸਨਾਤਨ ਮਤ ਪ੍ਰਮੁੱਖ ਚਾਰ ਖਾਣੀਆਂ ਦਾ ਜ਼ਿਕਰ ਕਰਦਾ ਹੈ, ਪਰ ਗੁਰੂ ਸਾਹਿਬ ਤਾਂ ਬੇਅੰਤ ਖਾਣੀਆਂ ਦੱਸਦੇ ਹਨ, ਜਿਨ੍ਹਾਂ ਵਿੱਚੋਂ ਜੀਵ ਦੀ ਉਤਪਤੀ ਹੋ ਰਹੀ ਹੈ ਅਤੇ ਉਹਨਾਂ ਬੇਅੰਤ ਖਾਣੀਆਂ ਵਿੱਚੋਂ ਪੈਦਾ ਹੋਏ ਜੀਵ ਬੇਅੰਤ ਹੀ ਬੋਲੀਆਂ ਬੋਲ ਰਹੇ ਹਨ ਅਤੇ ਬੇਅੰਤ ਰਾਜੇ ਬੇਅੰਤ ਧਰਤੀਆਂ ਤੇ ਰਾਜ ਕਰ ਰਹੇ ਹਨ। ਬੇਅੰਤ ਹੀ ਸੁਰਤੀਆਂ ਹਨ, ਭਾਵ ਧਿਆਨ ਦੀਆਂ ਕਿਸਮਾਂ ਹਨ, ਜਿਵੇਂ ਦ੍ਰਿਸ਼ਟਾ ਧਿਆਨ, ਸ਼ਰਵਣ ਧਿਆਨ, ਪ੍ਰਾਣਾਯਾਮ ਧਿਆਨ, ਸਥੂਲ ਧਿਆਨ, ਸੂਖਸ਼ਮ ਧਿਆਨ ਆਦਿ। ਅਤੇ ਬੇਅੰਤ ਹੀ ਸੇਵਕ ਹਨ, ਜਿਨ੍ਹਾਂ ਦਾ ਕੋਈ ਅੰਤ ਨਹੀਂ ਪਾ ਸਕਦਾ। ਇਸ ਪੌੜੀ ਵਿੱਚ ਜਿੱਥੇ ਕੇਤੇ ਸ਼ਬਦ ਆਇਆ ਹੈ, ਉੱਥੇ ਸਾਰੇ ਉਦਾਹਰਣ ਪੁਲਿੰਗ ਰੂਪ ਵਿੱਚ ਹਨ ਤੇ ਇਸਤਰੀ ਦੇ ਸ਼ਬਦਾਂ ਨਾਲ ਕੇਤਿਆਂ ਸ਼ਬਦ ਆਇਆ ਹੈ, ਜਿਵੇਂ ਖਾਣੀ, ਬਾਣੀ, ਸੁਰਤੀ ਨਾਲ ਕੇਤਿਆਂ ਸ਼ਬਦ ਆਇਆ ਹੈ। ਗੁਰੂ ਦੀ ਸ਼ਰਨ ਵਿੱਚ ਆਇਆ ਜੀਵ ਨੂੰ ਜਦੋਂ ਪ੍ਰਭੂ ਦੀ ਬੇਅੰਤਤਾ ਦਾ ਗਿਆਨ ਹੁੰਦਾ ਹੈ ਤਾਂ ਉਸ ਦਾ ਅਹੰਕਾਰ ਚੋਟ ਖਾ ਜਾਂਦਾ ਹੈ। ਪ੍ਰਭੂ ਦੇ ਇਤਨੇ ਵੱਡੇ ਪਸਾਰੇ ਨੂੰ ਜਾਣ ਕੇ ਮਨੁੱਖ ਪ੍ਰਭੂ ਤੋਂ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦਾ। ਇਸ ਬੇਅੰਤ ਪਸਾਰੇ ਅੱਗੇ ਮਨੁੱਖ ਨੂੰ ਆਪਣਾ ਆਪ ਤੁੱਛ ਜਿਹਾ ਜਾਪਦਾ ਹੈ। ਇਸ ਪ੍ਰਚੰਡ ਗਿਆਨ ਦੀ ਅਵਸਥਾ ਵਿੱਚ ਮਨੁੱਖ ਦੀ ਬੁੱਧੀ ਗਿਆਨ ਪੱਖੋਂ ਬਲਵਾਨ ਹੋ ਜਾਂਦੀ ਹੈ। ਪਰਮਾਤਮਾ ਦੇ ਇਸ ਪਸਾਰੇ ਵਿੱਚੋਂ ਅਨੇਕਾਂ ਹੀ ਕੌਤਕਾਂ ਅਤੇ ਤਮਾਸ਼ਿਆਂ ਦਾ ਸਵਾਦ ਮਨੁੱਖ ਮਾਣਦਾ ਹੈ। ਗਿਆਨ ਦੀ ਇਸ ਹਨੇਰੀ ਅੱਗੇ ਮਨੁੱਖ ਦੇ ਸਾਰੇ ਭਰਮ ਫਹਿਮ ਉੱਡ ਜਾਂਦੇ ਹਨ। ਜਿਵੇਂ ਜਿਵੇਂ ਮਨੁੱਖ ਗਿਆਨ ਪ੍ਰਾਪਤ ਕਰਦਾ ਹੈ, ਇਸ ਗਿਆਨ ਵਿੱਚੋਂ ਇਸ ਨੂੰ ਐਸਾ ਆਨੰਦ ਮਿਲਦਾ ਹੈ ਜੋ ਪਹਿਲਾਂ ਕਦੀ ਦੁਨਿਆਵੀ ਪਦਾਰਥਾਂ ਵਿੱਚੋਂ ਨਹੀਂ ਮਿਲਿਆ। ਫਿਰ ਇਸ ਆਨੰਦ ਨੂੰ ਹੋਰ ਵਧਾਉਣ ਵਾਸਤੇ ਮਨੁੱਖ ਇਸ ਗਿਆਨ ਦੀ ਵਿਚਾਰ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨ ਦੀ ਮਿਹਨਤ ਸ਼ੁਰੂ ਕਰਦਾ ਹੈ। ਕੇਵਲ ਗਿਆਨ ਨੂੰ ਸਮਝ ਲੈਣਾ ਤਾਂ ਕਾਫੀ ਨਹੀਂ। ਜੋ ਕਰਮ ਮਨੁੱਖ ਹੁਣ ਤੱਕ ਕਰਦਾ ਆਇਆ ਹੈ, ਉਸ ਨੂੰ ਗੁਰੂ ਤੋਂ ਪ੍ਰਾਪਤ ਹੋਏ ਗਿਆਨ ਰਾਹੀਂ ਸੁਧਾਰਨਾ ਅਤੇ ਗੁਰੂ ਦੇ ਉਪਦੇਸ਼ਾਂ ਮੁਤਾਬਕ ਜੀਵਨ ਜਿਉਣਾ ਵੀ ਜ਼ਰੂਰੀ ਹੈ। ਇਸ ਯਾਤਰਾ ਦਾ ਤੀਸਰਾ ਖੰਡ ਹੈ ਸ਼ਰਮ ਖੰਡ। ਗੁਰੂ ਦੇ ਕੋਲੋਂ ਇਤਨੇ ਗਿਆਨ ਦੀ ਪ੍ਰਾਪਤੀ ਤੋਂ ਬਾਅਦ ਮਨੁੱਖ ਦਾ ਸ਼ਰਮ ਭਾਵ ਮਿਹਨਤ ਸ਼ੁਰੂ ਹੁੰਦੀ ਹੈ। ਗੁਰੂ ਦੇ ਦੱਸੇ ਉਪਦੇਸ਼ਾਂ ਨੂੰ ਜੀਵਨ ਵਿੱਚ ਕਮਾਣਾ ਹੁੰਦਾ ਹੈ। ਜਿਵੇਂ ਸਕੂਲ ਵਿੱਚ ਟੀਚਰ ਕੋਈ ਪਾਠ ਪੜ੍ਹਾ ਦੇਵੇ ਤਾਂ ਫਿਰ ਉਸ ਤੋਂ ਬਾਅਦ ਵਿਦਿਆਰਥੀ ਉਸ ਪਾਠ ਨੂੰ ਕਾਪੀ ਵਿੱਚ ਦੁਹਰਾਉਂਦਾ ਹੈ ਅਤੇ ਜੀਵਨ ਵਿੱਚ ਵੀ ਵਰਤਦਾ ਹੈ। ਸਕੂਲ ਵਿੱਚ ਥਿਉਰੀ ਅਤੇ ਪ੍ਰੈਕਟੀਕਲ ਦੋਨੋਂ ਕਰਾਏ ਜਾਂਦੇ ਹਨ। ਥਿਉਰੀ ਕਰਨ ਨਾਲ ਪਾਠ ਯਾਦ ਰਹਿੰਦਾ ਹੈ ਅਤੇ ਜੀਵਨ ਵਿੱਚ ਪ੍ਰੈਕਟੀਕਲ ਕਰਨ ਨਾਲ ਅਨੁਭਵ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਇਸੇ ਤਰ੍ਹਾਂ ਸਿੱਖ ਦਾ ਨਿਤਨੇਮ ਕਰਨਾ ਉਸ ਦੀ ਥਿਉਰੀ ਹੈ ਅਤੇ ਗੁਰੂ ਦੇ ਉਪਦੇਸ਼ ਨੂੰ ਜੀਵਨ ਵਿੱਚ ਧਾਰਨ ਕਰਨਾ ਪ੍ਰੈਕਟੀਕਲ ਹੈ। ਇਹ ਦੋਨੋਂ ਪਾਰਟ ਬਹੁਤ ਜ਼ਰੂਰੀ ਹਨ, ਇੱਕ ਨੂੰ ਵੀ ਛੱਡਿਆ ਨਹੀਂ ਜਾ ਸਕਦਾ। ਆਇਆ ਹੈ ਕਿ ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ, ਜੋ ਗੁਰ ਦੱਸੇ ਵਾਟ ਮੁਰੀਦਾਂ ਜੋਲੀਏ। ਇਸ ਉਪਦੇਸ਼ ਨੂੰ ਸੁਣ ਕੇ ਅਤੇ ਪੜ੍ਹ ਕੇ ਜੀਵਨ ਵਿੱਚ ਸੱਚ ਤੇ ਪਹਿਰਾ ਦੇਣਾ ਸਿੱਖ ਦਾ ਸ਼ਰਮ ਹੈ, ਸਿੱਖ ਦੀ ਮਿਹਨਤ ਹੈ। ਪਰ ਮਨੁੱਖ ਸੱਚ ਦਾ ਧਾਰਨੀ ਤਾਂ ਬਣੇ, ਪਰ ਜਦ ਕਦੀ ਆਪਣੀ ਇੱਜ਼ਤ ਦੀ ਗੱਲ ਆਵੇ ਤਾਂ ਝੂਠ ਦਾ ਸਹਾਰਾ ਇਹ ਕਹਿ ਕੇ ਲਵੇ ਕਿ ਇਸ ਵਿੱਚ ਕਿਸੇ ਦਾ ਨੁਕਸਾਨ ਤਾਂ ਨਹੀਂ, ਤਾਂ ਵੀ ਸੱਚ ਤੋਂ ਦੂਰ ਹੋ ਗਿਆ ਹੀ ਸਮਝਣਾ ਚਾਹੀਦਾ ਹੈ। ਜਿਵੇਂ ਅਸੀਂ ਬਚਪਨ ਵਿੱਚ ਇੱਕ ਲੋਮੜੀ ਦੀ ਕਹਾਣੀ ਸੁਣੀ ਸੀ ਕਿ ਉਹ ਅੰਗੂਰਾਂ ਤੱਕ ਨਹੀਂ ਪਹੁੰਚ ਸਕੀ ਤਾਂ ਉਸਨੇ ਕਹਿ ਦਿੱਤਾ ਕਿ ਮੈਂ ਦੇਖ ਲਿਆ ਹੈ ਕਿ ਅੰਗੂਰ ਖੱਟੇ ਹਨ। ਪਰ ਕਹਾਣੀ ਇੱਥੇ ਹੀ ਖਤਮ ਨਹੀਂ ਹੁੰਦੀ। ਜੰਗਲ ਦੇ ਅਖਬਾਰ ਵਿੱਚ ਇਹ ਚਟਪਟੀ ਖਬਰ ਛਪ ਗਈ ਕਿ ਲੋਮੜੀ ਨੂੰ ਬਿਨਾਂ ਖਾਧੇ ਹੀ ਅੰਗੂਰਾਂ ਦਾ ਸਵਾਦ ਪਤਾ ਲੱਗ ਗਿਆ। ਲੋਮੜੀ ਨੂੰ ਬਹੁਤ ਬੁਰਾ ਲੱਗਾ। ਉਸਨੇ ਫਿਰ ਮਿਹਨਤ ਸ਼ੁਰੂ ਕਰ ਦਿੱਤੀ, ਜਿਮ ਜੁਆਇਨ ਕਰ ਲਿਆ, ਉੱਚੀ ਛਲਾਂਗ ਲਗਾਉਣ ਦੀ ਪ੍ਰੈਕਟਿਸ ਕੀਤੀ, ਤਾਕਤ ਦੀਆਂ ਗੋਲੀਆਂ ਖਾਧੀਆਂ ਤੇ ਮਹੀਨੇ ਬਾਅਦ ਫਿਰ ਉਸ ਪੇੜ ਕੋਲ ਆਈ। ਇਸ ਵਾਰ ਉਸਨੇ ਇੱਕੋ ਛਲਾਂਗ ਵਿੱਚ ਅੰਗੂਰ ਤੋੜ ਲਏ। ਜਦੋਂ ਖਾਧੇ ਤਾਂ ਉਹ ਵਾਕਈ ਖੱਟੇ ਸਨ। ਹੁਣ ਤਾਂ ਦੁਬਿਧਾ ਵਿੱਚ ਫਸ ਗਈ। ਜੇ ਕਵੇ ਕਿ ਅੰਗੂਰ ਖੱਟੇ ਹਨ ਤਾਂ ਬਾਕੀ ਜਾਨਵਰ ਕਹਿਣਗੇ ਕਿ ਇਤਨੀ ਮਿਹਨਤ ਖੱਟੇ ਅੰਗੂਰਾਂ ਵਾਸਤੇ ਕੀਤੀ ਸੀ। ਜੇ ਕਵੇ ਕਿ ਮਿੱਠੇ ਹਨ ਤਾਂ ਪਹਿਲਾਂ ਕੀ ਗੱਲ ਝੂਠ ਹੋ ਜਾਏਗੀ। ਤਾਂ ਉਸਨੇ ਕਿਹਾ ਕਿ ਅੰਗੂਰ ਮਿੱਠੇ ਹਨ। ਪਹਿਲਾਂ ਅੰਗੂਰ ਕੱਚੇ ਸਨ ਇਸ ਲਈ ਖੱਟੇ ਸਨ, ਪਰ ਹੁਣ ਪੱਕ ਗਏ ਹਨ ਤੇ ਮਿੱਠੇ ਹੋ ਗਏ ਹਨ। ਇਸ ਤਰ੍ਹਾਂ ਉਸਨੇ ਝੂਠ ਬੋਲ ਕੇ ਆਪਣੀ ਇੱਜ਼ਤ ਬਚਾਈ। ਅਸੀਂ ਵੀ ਇਸੇ ਤਰ੍ਹਾਂ ਆਪਣੀ ਝੂਠੀ ਇੱਜ਼ਤ ਵਾਸਤੇ ਝੂਠ ਦਾ ਸਹਾਰਾ ਲੈਂਦੇ ਹਾਂ।
ਗੁਰੂ ਦਾ ਉਪਦੇਸ਼ ਹੈ, ਨਾਨਕ ਸਾਚੇ ਕੋ ਸਚ ਜਾਣ। ਇਸ ਉਪਦੇਸ਼ ਨੂੰ ਸੁਣ ਕੇ ਜੀਵਨ ਵਿੱਚ ਧਾਰ ਕੇ ਕੇਵਲ ਸੱਚ ਭਾਵ ਪਰਮਾਤਮਾ ਨਾਲ ਹੀ ਜੁੜਨਾ ਸਿੱਖ ਦਾ ਸ਼ਰਮ ਹੈ, ਭਾਵ ਮਿਹਨਤ ਹੈ। ਗੁਰੂ ਦੇ ਹਰ ਉਪਦੇਸ਼ ਤੇ ਪੂਰੀ ਤਰ੍ਹਾਂ ਪਹਿਰਾ ਦੇਣਾ, ਜੀਵਨ ਵਿੱਚ ਧਾਰਨਾ, ਇਹ ਮਿਹਨਤ, ਇਸ ਸ਼ਰਮ ਨਾਲ ਸਿੱਖ ਦੇ ਮਨ ਦੀ ਬਣਤਰ ਬਹੁਤ ਸੋਹਣੀ ਹੋ ਜਾਂਦੀ ਹੈ। ਸਿੱਖ ਦੇ ਮਨ ਵਿੱਚ ਜਦ ਗੁਰੂ ਦਾ ਉਪਦੇਸ਼ ਵਸਦਾ ਹੈ ਤਾਂ ਸਾਰੇ ਮਾੜੇ ਵਿਕਾਰ, ਦੁੱਖ, ਸੰਤਾਪ, ਅਵਗੁਣ ਮਨ ਵਿੱਚੋਂ ਨਿਕਲਣ ਲੱਗਦੇ ਹਨ। ਨਸ ਵੰਜੋ ਕਿਲ ਵੇਖੋ, ਕਰਤਾ ਕਰ ਆਇਆ। ਇਸ ਅਵਸਥਾ ਵਿੱਚ ਸਿੱਖ ਦੇ ਮਨ ਦੀ ਘਾੜਤ ਬਹੁਤ ਹੀ ਸੁੰਦਰ ਅਤੇ ਉਪਮਾ ਤੋਂ ਰਹਿਤ ਹੋ ਜਾਂਦੀ ਹੈ। ਇਸ ਘਾੜਤ ਨੂੰ ਬਿਆਨ ਕਰਨਾ ਔਖਾ ਇਸ ਲਈ ਹੈ ਕਿਉਂਕਿ ਕੱਲ ਜੋ ਮਨੁੱਖ ਝੂਠ ਦੇ ਮਗਰ ਲੱਗਾ ਸੀ, ਅੱਜ ਉਸਨੇ ਝੂਠ ਛੱਡ ਕੇ ਸੱਚ ਨੂੰ ਅਪਣਾ ਲਿਆ ਹੈ। ਜੇਕਰ ਅੱਜ ਕੋਈ ਕ੍ਰੋਧ ਕਰ ਰਿਹਾ ਹੈ ਤਾਂ ਗੁਰੂ ਦੇ ਉਪਦੇਸ਼ ਦਾ ਸਦਕਾ ਕੱਲ ਨੂੰ ਉਹ ਨਿਮਰਤਾ ਧਾਰਨ ਕਰਨ ਦਾ ਯਤਨ ਕਰੇਗਾ। ਇਸ ਮਨੁੱਖ ਨੇ ਕੁਝ ਦਿਨ ਪਹਿਲਾਂ ਸਿੱਖ ਨੂੰ ਕਿਸੇ ਹੋਰ ਰੂਪ ਵਿੱਚ ਦੇਖਿਆ ਸੀ, ਅੱਜ ਉਸ ਨੂੰ ਸਿੱਖ ਦਾ ਕੁਝ ਹੋਰ ਸਵਰਿਆ ਹੋਇਆ ਰੂਪ ਨਜ਼ਰ ਆ ਰਿਹਾ ਹੈ। ਇਸ ਤਰ੍ਹਾਂ ਸਿੱਖ ਦਾ ਮਨ ਦਿਨ ਪਰ ਦਿਨ ਹੋਰ ਨਿਰਮਲ ਹੋ ਰਿਹਾ ਹੈ। ਇਸ ਲਈ ਅੱਜ ਸਿੱਖ ਦਾ ਜੋ ਰੂਪ ਦੇਖ ਕੇ ਕੋਈ ਬਿਆਨ ਕਰ ਰਿਹਾ ਹੈ, ਕੱਲ ਉਸ ਨੂੰ ਪਛਤਾਣਾ ਪਵੇਗਾ, ਕਿਉਂਕਿ ਕੱਲ ਸਿੱਖ ਦੇ ਜੀਵਨ ਵਿੱਚ ਹੋਰ ਸੁਧਾਰ ਹੋ ਜਾਏਗਾ। ਜੇ ਕੋ ਕਹੇ ਪਿਛੇ ਪਛਤਾਏ। ਇਸ ਖੰਡ ਵਿੱਚ ਸਿੱਖ ਦੀ ਸੁਰਤ, ਮਤ, ਮਨ, ਬੁੱਧ ਘੜੇ ਜਾਂਦੇ ਹਨ। ਸੁਰਤ, ਮਤ, ਮਨ, ਬੁੱਧ ਕੀ ਹਨ, ਇਸ ਤੇ ਥੋੜਾ ਵਿਚਾਰ ਕਰਦੇ ਹਾਂ। ਸੁਰਤ ਦਾ ਅਰਥ ਹੈ ਹੋਸ਼। ਜਿਵੇਂ ਕੋਈ ਲੱਗੇ ਕਿ ਇਸ ਵਿੱਚ ਲੂਣ ਹੈ ਜਾਂ ਨਹੀਂ, ਜਾਂ ਕਿਸੇ ਕਰਮ ਕਾਰ ਨੂੰ ਕਰੀ ਜਾਣਾ ਪਰ ਪਤਾ ਹੀ ਨਾ ਹੋਣਾ ਕਿ ਇਹ ਕਰਮ ਕਿਉਂ ਕੀਤਾ ਜਾ ਰਿਹਾ ਹੈ। ਜਿਵੇਂ ਅਸੀਂ ਸ਼ੁਰੂ ਵਿੱਚ ਟੂਥਪਿਕ ਦੀ ਕਹਾਣੀ ਤੇ ਵਿਚਾਰ ਕਰ ਆਏ ਹਾਂ। ਰੱਬੀ ਗੁਣਾਂ ਨੂੰ ਧਾਰਨ ਕਰਨ ਦੀ ਮਿਹਨਤ ਮਨੁੱਖ ਦੇ ਹੋਸ਼ ਨੂੰ ਬਰਕਰਾਰ ਰੱਖਦੀ ਹੈ। ਮਨੁੱਖ ਹਰ ਕਰਮ ਪੂਰੇ ਹੋਸ਼ ਵਿੱਚ ਕਰਦਾ ਹੈ। ਇਹ ਸੁਰਤ ਦੀ ਘਾੜਤ ਹੈ। ਮਤ ਦਾ ਅਰਥ ਹੈ ਸੋਚਣ ਸਮਝਣ ਦੀ ਸ਼ਕਤੀ। ਤਿੰਨ ਤਰ੍ਹਾਂ ਦੀ ਅਸੀਂ ਮਤ ਸੁਣਦੇ ਹਾਂ: ਕੁਮਤ, ਸੁਮਤ ਅਤੇ ਗੁਰਮਤ। ਕੁਮਤ ਮੰਦੇ ਅਤੇ ਵਿਕਾਰੀ ਕਰਮਾਂ ਵੱਲ ਲਗਾ ਦਿੰਦੀ ਹੈ। ਸੁਮਤ ਸ਼ੁਭ ਕਰਮਾਂ ਵੱਲ ਲਗਾਉਂਦੀ ਹੈ ਅਤੇ ਗੁਰਮਤ ਭਾਵ ਗੁਰੂ ਦੀ ਮਤ, ਰੱਬੀ ਗੁਣਾਂ ਵਾਲੀ ਮਤ, ਲੋਕ ਭਲਾਈ ਅਤੇ ਪਰਉਪਕਾਰ ਵੱਲ ਲਗਾਉਂਦੀ ਹੈ। ਜਿਵੇਂ ਕੁਮਤ ਹੈ ਆਪਣੀ ਕਮਾਈ ਨੂੰ ਸ਼ਰਾਬ ਪੀਣ ਜਾਂ ਅਯਾਸ਼ੀ ਵਿੱਚ ਲਗਾਉਣਾ। ਸੁਮਤ ਹੈ ਆਪਣੀ ਕਮਾਈ ਨੂੰ ਆਪਣੇ ਪਰਿਵਾਰ ਨੂੰ ਪਾਲਣ ਵਾਸਤੇ ਲਗਾਉਣਾ। ਅਤੇ ਗੁਰਮਤ ਹੈ ਆਪਣੀ ਕਮਾਈ ਵਿੱਚੋਂ ਦਸਵੰਧ ਕੱਢ ਕੇ ਗਰੀਬ ਲੋੜਵੰਦਾਂ ਦੀ ਸਹਾਇਤਾ ਵਿੱਚ ਲਗਾਉਣਾ। ਕੋਈ ਕੰਮ ਕਰਨ ਲੱਗਿਆ ਸੋਚ ਕੇ ਕਰੀਏ ਕਿ ਇਹ ਕੰਮ ਗੁਰਮਤ ਅਨੁਸਾਰ ਹੈ ਜਾਂ ਨਹੀਂ, ਅਤੇ ਇਸ ਕੰਮ ਨਾਲ ਕਿਸੇ ਦਾ ਨੁਕਸਾਨ ਤਾਂ ਨਹੀਂ। ਇਹ ਮਨ ਦੀ ਘਾੜਤ ਹੈ, ਇਹ ਮਤ ਦੀ ਘਾੜਤ ਹੈ। ਤੀਸਰਾ ਹੈ ਮਨ। ਮਨ ਉਹ ਸ਼ਕਤੀ ਹੈ ਜਿਸ ਵਿੱਚੋਂ ਮਨੁੱਖ ਦੇ ਸੰਕਲਪ, ਵਿਕਲਪ ਅਤੇ ਵਿਚਾਰ ਜਨਮ ਲੈਂਦੇ ਹਨ। ਜੇਕਰ ਕੋਈ ਕੰਮ ਗੁਰਮਤ ਅਨੁਕੂਲ ਹੈ ਪਰ ਔਖਾ ਹੈ ਤਾਂ ਮਨ ਉਸ ਕੰਮ ਨੂੰ ਕਰਨ ਦਾ ਸੰਕਲਪ ਕਰੇ, ਨਾ ਕਿ ਉਸ ਨੂੰ ਨਾ ਕਰਨ ਦਾ ਵਿਕਲਪ ਲੱਭੇ। ਸੁਖ, ਦੁੱਖ, ਇੱਛਾ, ਰਾਗ, ਦਵੇਸ਼ ਆਦਿ ਵੀ ਮਨ ਦੀ ਹੀ ਉਪਜ ਹੈ। ਇਹਨਾਂ ਸਾਰੀਆਂ ਭਾਵਨਾਵਾਂ ਨੂੰ ਗੁਰਮਤ ਅਨੁਸਾਰ ਕੰਟਰੋਲ ਕਰਨਾ, ਮਾੜੀਆਂ ਭਾਵਨਾਵਾਂ ਨੂੰ ਤਿਆਗ ਦੇਣਾ, ਸ਼ੁਭ ਭਾਵਨਾਵਾਂ ਨੂੰ ਮਨ ਵਿੱਚ ਦ੍ਰਿੜ ਕਰਨਾ, ਇਹ ਮਨ ਦੀ ਘਾੜਤ ਹੈ। ਫਿਰ ਹੈ ਬੁੱਧ। ਬੁੱਧ ਇੱਕ ਮਾਨਸਿਕ ਸ਼ਕਤੀ ਹੈ ਜੋ ਪਦਾਰਥਾਂ ਤੇ ਤੱਤਾਂ ਨੂੰ ਸਮਝਣ ਵਾਸਤੇ ਅਤੇ ਤਰਕ ਭਰਪੂਰ ਗਿਆਨ ਪ੍ਰਾਪਤ ਕਰਨ ਅਤੇ ਦੁਵਿਧਾ ਨੂੰ ਦੂਰ ਕਰਨ ਵਿੱਚ ਸਹਾਇਕ ਹੁੰਦੀ ਹੈ। ਸਾਡੇ ਸਾਰੇ ਜੀਵਨ ਦੇ ਅਨੁਭਵਾਂ ਵਿੱਚੋਂ ਜੋ ਤੱਤ ਅਸੀਂ ਅਪਣਾ ਲੈਂਦੇ ਹਾਂ, ਉਹਨਾਂ ਦਾ ਸੰਗ੍ਰਹਿ ਸਾਡੀ ਬੁੱਧ ਹੈ। ਜੇਕਰ ਕੋਈ ਚੰਗਾ ਗਿਆਨ ਪ੍ਰਾਪਤ ਕਰਨ ਵਾਸਤੇ ਬੁੱਧੀ ਨੂੰ ਵਰਤਦਾ ਹੈ ਤਾਂ ਉਸਦੀ ਬੁੱਧ ਸੁਬੱਧ ਹੋ ਜਾਂਦੀ ਹੈ। ਜੇਕਰ ਕੋਈ ਕਿਸੇ ਕਰਨ ਵਾਸਤੇ ਆਪਣੀ ਬੁੱਧ ਨੂੰ ਵਰਤਦਾ ਹੈ ਤਾਂ ਉਸਦੀ ਬੁੱਧ ਕੁਬੁੱਧ ਹੋ ਜਾਂਦੀ ਹੈ। ਜਿਵੇਂ ਅਸੀਂ ਗੱਡੀ ਚਲਾਉਣਾ ਸਿੱਖਦੇ ਹਾਂ ਤਾਂ ਇਹ ਗਿਆਨ ਸਾਡੀ ਬੁੱਧੀ ਵਿੱਚ ਚਲਾ ਜਾਂਦਾ ਹੈ, ਪਰ ਐਕਸੀਡੈਂਟ ਤੋਂ ਬਚਾਉਣਾ ਵਿਵੇਕ ਬੁੱਧ ਦਾ ਕੰਮ ਹੈ। ਬੁੱਧ ਦੀ ਸਹੀ ਘਾੜਤ ਹੋ ਜਾਣਾ ਹੀ ਵਿਵੇਕ ਬੁੱਧ ਹੈ, ਬੁੱਧ ਦੀ ਘਾੜਤ ਹੈ। ਇਸ ਦੇ ਅੱਗੇ ਸੁਰ ਦਾ ਅਰਥ ਹੈ ਜਿੱਥੇ ਪ੍ਰਕਾਸ਼ ਹੈ,
ਅਤੇ ਅਸੁਰ ਜਿੱਥੇ ਹਨੇਰਾ ਹੈ। ਇੱਥੇ ਪ੍ਰਕਾਸ਼ ਤੋਂ ਭਾਵ ਗਿਆਨ ਦਾ ਪ੍ਰਕਾਸ਼ ਹੈ। ਸਿੱਧ ਦਾ ਅਰਥ ਹੈ ਜਿਸਨੇ ਮਹਾਨ ਸਰੀਰਿਕ ਅਤੇ ਆਤਮਿਕ ਗਿਆਨ ਪ੍ਰਾਪਤ ਕੀਤਾ ਹੋਵੇ। ਸੁਧ ਹੈ ਸ਼ੁੱਧ ਬੁੱਧ। ਸ਼੍ਰਮ ਖੰਡ ਵਿੱਚ ਸਿੱਖ ਆਪਣੀ ਪੂਰੀ ਮਿਹਨਤ ਨਾਲ ਆਪਣੀ ਘਾਤ ਕਰਦਿਆਂ ਸਰੀਰਿਕ ਅਤੇ ਮਾਨਸਿਕ ਤੌਰ ਤੇ ਬਹੁਤ ਉੱਚਾ ਹੋ ਜਾਂਦਾ ਹੈ। ਉਸਦੇ ਸਾਰੇ ਸਰੀਰਿਕ ਕਰਮ ਸ਼ੁਭ ਅਤੇ ਪਰਉਪਕਾਰੀ ਹੋ ਜਾਂਦੇ ਹਨ। ਸਿੱਖ ਦਾ ਹਿਰਦਾ ਵਿਸ਼ਾਲ ਹੋ ਜਾਂਦਾ ਹੈ, ਕਿਉਂਕਿ ਸਾਰੀ ਸ੍ਰਿਸ਼ਟੀ ਵਿੱਚ ਉਸਨੂੰ ਪ੍ਰਭੂ ਦਾ ਘਰ ਦਿਸਦੀ ਹੈ। ਮਨ ਵਿੱਚ ਇੱਕ ਨਈ ਉਮੰਗ ਤੇ ਨਵੀਂ ਜਾਗ੍ਰਿਤੀ ਆ ਜਾਂਦੀ ਹੈ ਅਤੇ ਸੋਚ ਵਿਚਾਰ ਬਹੁਤ ਉੱਚੇ ਹੋ ਜਾਂਦੇ ਹਨ। ਐਸੇ ਸਿੱਖ ਦਾ ਧਿਆਨ ਕੇਵਲ ਆਪਣੀ ਮੰਜ਼ਿਲ ਤੇ ਹੁੰਦਾ ਹੈ ਅਤੇ ਇਹ ਆਪਣੇ ਗੁਰੂ ਦੇ ਆਸ਼ੇ ਅਨੁਸਾਰ ਹੀ ਜੀਵਨ ਜਿਉਂਦਾ ਹੈ। ਇੱਥੇ ਇੱਕ ਹੋਰ ਗੱਲ ਦੇਣ ਯੋਗ ਹੈ ਕਿ ਜਦੋਂ ਅਸੀਂ ਗੁਰੂ ਕੋਲੋਂ ਗਿਆਨ ਲੈਂਦੇ ਹਾਂ ਤਾਂ ਉਹ ਗਿਆਨ ਗੁਰੂ ਦਾ ਹੁੰਦਾ ਹੈ, ਸਾਡਾ ਨਹੀਂ। ਗੁਸਤਾਖੀ ਮਾਫ ਕਰਨਾ, ਪਰ ਇਹ ਗਿਆਨ ਉਧਾਰ ਦਾ ਹੈ। ਜਿਵੇਂ ਕੋਈ ਕਿਸੇ ਤੋਂ ਰਸਤੇ ਦਾ ਗਿਆਨ ਤਾਂ ਲੈ ਲਵੇ, ਪਰ ਆਪ ਉਸ ਰਸਤੇ ਤੇ ਚੱਲਣ ਦੀ ਮਿਹਨਤ ਹੀ ਨਾ ਕਰੇ, ਤਾਂ ਉਸ ਮਨੁੱਖ ਦਾ ਉਸ ਰਸਤੇ ਬਾਰੇ ਗਿਆਨ ਉਧਾਰ ਦਾ ਹੀ ਹੋਇਆ ਨਾ। ਗੁਰੂ ਸਾਹਿਬ ਜੀ ਵੀ ਆਖਦੇ ਹਨ, ਸੁਨ ਵੱਡਾ ਆਖੈ ਸਭ ਕੋਏ, ਕੇਵਟ ਵੱਡਾ ਡੀਠਾ ਹੋਏ। ਸੁਣ ਕੇ ਹੀ ਸਭ ਉਸ ਨੂੰ ਵੱਡਾ ਆਖ ਰਹੇ ਹਨ, ਪਰ ਉਹ ਕਿਤਨਾ ਵੱਡਾ ਹੈ, ਇਹ ਕਿਸਨੇ ਦੇਖਿਆ ਹੈ? ਗੁਰੂ ਦਾ ਗਿਆਨ ਗੁਰੂ ਦੇ ਜੀਵਨ ਦਾ ਅਨੁਭਵ ਹੈ। ਇਹ ਅਨੁਭਵ ਸਾਡੇ ਜੀਵਨ ਦੀ ਰਾਹਨੁਮਾਈ ਕਰਨ ਵਾਸਤੇ ਹੈ, ਪਰ ਇਹ ਗਿਆਨ ਸਾਡਾ ਤਾਂ ਹੀ ਬਣੇਗਾ ਜਦੋਂ ਅਸੀਂ ਪੂਰੀ ਘਾਲਣਾ ਘਾਲ ਕੇ ਆਪ ਅਨੁਭਵ ਕਰਾਂਗੇ। ਇਕਬਾਲ ਕਹਿੰਦੇ ਹਨ, ਜੋ ਅਕਸਰ ਮਸਕੀਨ ਜੀ ਸਾਨੂੰ ਸੁਣਾਇਆ ਕਰਦੇ ਸਨ, ਕਿ खुदा तुझे किसी तूफान से आशरा कर दे कि तेरी बहर की मौजों में इस्तराब नहीं, तुझे किताब से मुमकिन नहीं फराक के तू किताब ख्वां है मगर साहिब किताब नहीं। ਭਾਵ ਕਿ ਹੈ ਖੁਦਾ ਦੇ ਰਸਤੇ ਤੇ ਚੱਲਣ ਵਾਲੇ ਮਨੁੱਖ, ਤੇਰੀ ਜ਼ਿੰਦਗੀ ਵਿੱਚ ਕੋਈ ਰਵਾਨਗੀ ਨਹੀਂ ਹੈ, ਕੋਈ ਉਮੰਗ ਨਹੀਂ ਹੈ, ਕਿਉਂਕਿ ਤੂੰ ਕੇਵਲ ਧਰਮ ਗ੍ਰੰਥਾਂ ਨੂੰ ਪੜ੍ਹਨ ਵਾਲਾ ਹੈ। ਧਰਮ ਗ੍ਰੰਥਾਂ ਦੇ ਵਿੱਚ ਜੋ ਹੈ ਉਹ ਤੂੰ ਨਹੀਂ ਹੈ। ਇਸ ਰਸਤੇ ਦੀ ਚੌਥੀ ਮੰਜ਼ਿਲ ਹੈ ਕਰਮਖੰਡ। ਇਹ ਅਵਸਥਾ ਬਖਸ਼ਿਸ਼ ਦੀ ਅਵਸਥਾ ਹੈ। ਪੜ੍ਹਾਈ ਦੁਨਿਆਵੀ ਹੋਵੇ ਚਾਹੇ ਪਰਮਾਰਥ ਦੀ, ਬਿਨਾਂ ਪ੍ਰੀਖਿਆ ਤੋਂ ਬਖਸ਼ਿਸ਼ ਨਹੀਂ ਹੋ ਸਕਦੀ। ਜਿਵੇਂ ਕੋਈ ਵਿਦਿਆਰਥੀ ਸਾਰਾ ਸਾਲ ਪੜ੍ਹਾਈ ਕਰੇ ਤਾਂ ਅਖੀਰ ਵਿੱਚ ਉਸਨੂੰ ਆਪਣੇ ਟੀਚਰ ਦੀ ਬਖਸ਼ਿਸ਼ ਲੈਣ ਤੋਂ ਪਹਿਲਾਂ ਪ੍ਰੀਖਿਆ ਵਿੱਚ ਬੈਠਣਾ ਹੀ ਪੈਂਦਾ ਹੈ। ਜੋ ਮਿਹਨਤ ਉਸਨੇ ਸਾਰੇ ਸਾਲ ਕੀਤੀ ਹੈ, ਉਸਦੀ ਪਰਖ ਪ੍ਰੀਖਿਆ ਵਿੱਚ ਹੀ ਹੁੰਦੀ ਹੈ। ਇਹ ਇੱਕ ਐਸੀ ਅਵਸਥਾ ਹੈ ਜਿਸ ਨੂੰ ਕੇਵਲ ਵਿਦਿਆਰਥੀ ਅਤੇ ਟੀਚਰ ਹੀ ਜਾਣਦਾ ਹੈ। ਵਿਦਿਆਰਥੀ ਨੂੰ ਪੜ੍ਹਾਈ ਕਰਦੇ, ਮਿਹਨਤ ਕਰਦੇ ਤਾਂ ਕਈਆਂ ਨੇ ਦੇਖਿਆ ਹੋਵੇਗਾ ਅਤੇ ਉਸਦੀ ਮਿਹਨਤ ਦਾ ਅੰਦਾਜ਼ਾ ਵੀ ਲਗਾਇਆ ਹੋਵੇਗਾ, ਪਰ ਜਦੋਂ ਵਿਦਿਆਰਥੀ ਪ੍ਰੀਖਿਆ ਵਿੱਚ ਬੈਠਦਾ ਹੈ ਤਾਂ ਕਿਸੇ ਨੂੰ ਵੀ ਨਹੀਂ ਪਤਾ ਹੁੰਦਾ ਕਿ ਉਸ ਵੇਲੇ ਕੀ ਘਟ ਰਿਹਾ ਹੁੰਦਾ ਹੈ, ਨਾ ਮਾਤਾ ਪਿਤਾ ਨੂੰ, ਨਾ ਨਾਲ ਬੈਠੇ ਵਿਦਿਆਰਥੀਆਂ ਨੂੰ ਹੀ। ਇਸ ਅਵਸਥਾ ਵਿੱਚ ਕੇਵਲ ਵਿਦਿਆਰਥੀ ਅਤੇ ਟੀਚਰ ਹੀ ਹੁੰਦੇ ਹਨ, ਹੋਰ ਕੋਈ ਨਹੀਂ। ਇਸੇ ਤਰ੍ਹਾਂ ਇਸ ਅਵਸਥਾ ਵਿੱਚ ਕੋਈ ਵੀ ਸਿੱਖ ਬਿਨਾਂ ਪ੍ਰੀਖਿਆ ਤੋਂ ਬਖਸ਼ਿਸ਼ ਹਾਸਲ ਨਹੀਂ ਕਰ ਸਕਦਾ। ਇਸ ਆਤਮਿਕ ਪੜ੍ਹਾਈ ਦਾ ਸਿਲੇਬਸ ਵੀ ਪ੍ਰਭੂ ਦੀ ਹਸਤੀ ਵਾਂਗ ਵਿਸ਼ਾਲ ਹੁੰਦਾ ਹੈ। ਇਸ ਲਈ ਹਰ ਮਨੁੱਖ ਵਾਸਤੇ ਪ੍ਰੀਖਿਆ ਵੀ ਅਲੱਗ-ਅਲੱਗ ਹੁੰਦੀ ਹੈ। ਇਸ ਪ੍ਰੀਖਿਆ ਦੀ ਹਾਲਤ ਵਿੱਚ ਕੇਵਲ ਸਿੱਖ ਜਾਂ ਪ੍ਰਭੂ ਹੀ ਹੁੰਦੇ ਹਨ। ਇਸ ਅਵਸਥਾ ਵਿੱਚ ਉਹ ਯੋਧੇ, ਸੂਰਮੇ, ਮਹਾਬਲੀਆ ਪੜ੍ਹਦੇ ਹਨ, ਜਿਨ੍ਹਾਂ ਨੇ ਆਪਣੇ ਅਵਗੁਣਾਂ ਅਤੇ ਵਿਕਾਰਾਂ ਦਾ ਡਟ ਕੇ ਮੁਕਾਬਲਾ ਕੀਤਾ। ਉਹਨਾਂ ਸਿੱਖਾਂ ਦੇ ਰੋਮ ਰੋਮ ਵਿੱਚ ਕੇਵਲ ਅਕਾਲ ਪੁਰਖ ਤੇ ਰੱਬੀ ਗੁਣ ਹੀ ਵਾਸ ਕਰਦੇ ਹਨ। ਐਸੇ ਗੁਰਸਿੱਖਾਂ ਦਾ ਮਨ ਪ੍ਰਭੂ ਦੀ ਸਿਫਤ ਸਲਾਹ, ਉਸ ਦੀ ਵਡਿਆਈਆਂ ਵਿੱਚ ਹੀ ਪਰੋਤਾ ਹੋਇਆ ਹੁੰਦਾ ਹੈ। ਐਸੇ ਸਿੱਖ ਦਾ ਮਨ ਸ਼ੁਭ ਵਿਚਾਰਾਂ ਨਾਲ ਅਤੇ ਤਨ ਸ਼ੁਭ ਕਰਮਾਂ ਨਾਲ ਬਹੁਤ ਹੀ ਸੋਹਣਾ ਹੋ ਜਾਂਦਾ ਹੈ। ਉਹਨਾਂ ਦੇ ਮੁਖ ਤੇ ਸ਼ੁਭ ਗੁਣਾਂ ਦਾ ਤੇਜ ਝਲਕਦਾ ਹੈ। ਗੁਰੂ ਦੀ ਬਖਸ਼ਿਸ਼ ਦਾ ਸਦਕਾ ਐਸੇ ਸਿੱਖ ਫਿਰ ਕਦੇ ਵੀ ਵਿਕਾਰਾਂ ਵੱਲੋਂ ਆਤਮਕ ਤੌਰ ਤੇ ਠੱਗੇ ਨਹੀਂ ਜਾ ਸਕਦੇ, ਕਿਉਂਕਿ ਉਹਨਾਂ ਦੇ ਹਿਰਦੇ ਵਿੱਚ ਅਕਾਲ ਪੁਰਖ ਦੇ ਗੁਣਾਂ ਦਾ ਸਦੀਵੀ ਵਾਸਾ ਹੋ ਜਾਂਦਾ ਹੈ, ਜਿਸ ਨਾਲ ਉਹ ਸਿੱਖ ਸਦਾ ਖੇੜੇ ਵਿੱਚ ਰਹਿੰਦੇ ਹਨ।
ਐਸੀ ਅਵਸਥਾ ਕਈ ਭਵਨਾਂ ਦੇ ਭਗਤਾਂ ਦੀ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਕੇਵਲ ਅਕਾਲ ਪੁਰਖ ਹੀ ਵਸਦੇ ਹਨ। ਇਸ ਪੜਾਅ ਦੀ ਅਖੀਰਲੀ ਮੰਜ਼ਿਲ ਹੈ ਸੱਚਖੰਡ। ਪਰਮਾਰਥ ਤੇ ਮਾਰਗ ਦੀਆਂ 4 ਅਵਸਥਾਵਾਂ ਤੋਂ ਬਾਅਦ ਉਹ ਮੰਜ਼ਿਲ ਆਉਂਦੀ ਹੈ ਜਿੱਥੇ ਪ੍ਰਭੂ ਨਾਲ ਇੱਕ ਮਿਕਤਾ ਹਾਸਿਲ ਹੁੰਦੀ ਹੈ। ਇਸ ਅਵਸਥਾ ਵਿੱਚ ਪਹੁੰਚੇ ਬਿਨਾਂ ਇਸ ਨੂੰ ਠੀਕ ਬਿਆਨ ਨਹੀਂ ਕੀਤਾ ਜਾ ਸਕਦਾ। ਜਿਵੇਂ ਸਕੂਲ ਦੀ ਪ੍ਰੀਖਿਆ ਵਿੱਚ ਸਫਲ ਹੋਣ ਵਾਲੇ ਵਿਦਿਆਰਥੀ ਦੇ ਮਨ ਦੀ ਹਾਲਤ ਉਹ ਆਪ ਹੀ ਜਾਣਦਾ ਹੈ। ਕਿਤਨੇ ਲੰਬੇ समय तक पूरी जी जान ਨਾਲ ਮਿਹਨਤ ਕਰਕੇ ਉਹ ਨਾ ਸਿਰਫ ਟੀਚਰ ਦੇ ਸਾਹਮਣੇ ਪ੍ਰੀਖਿਆ ਦੇਣ ਵਾਸਤੇ ਸਮਰਥ ਹੋਇਆ, ਬਲਕਿ ਪ੍ਰੀਖਿਆ ਵਿੱਚ ਅਵਲ ਦਰਜਾ ਵੀ ਹਾਸਲ ਕੀਤਾ। ਉਸ ਵਿਦਿਆਰਥੀ ਦੇ ਮਨ ਦੀ ਖੁਸ਼ੀ ਦਾ ਅੰਦਾਜ਼ਾ ਉਸਦੀ ਅੱਖਾਂ ਵਿੱਚੋਂ ਵਗਦੇ ਹੰਝੂਆਂ ਤੋਂ ਲਗਾ ਸਕਦੇ ਹਾਂ। ਉਸਦਾ ਟੀਚਰ ਵੀ ਉਸ ਵੇਲੇ ਇਤਨੇ ਹੋਣਹਾਰ ਅਤੇ ਕਾਬਲ ਵਿਦਿਆਰਥੀ ਨੂੰ ਪਾ ਕੇ ਫਖਰ ਮਹਿਸੂਸ ਕਰਦਾ ਹੈ। ਇਸ ਸਮੇਂ ਵਿਦਿਆਰਥੀ ਦਾ ਗਿਆਨ ਟੀਚਰ ਦੇ ਗਿਆਨ ਵਰਗਾ ਹੀ ਹੈ, ਪਰ ਫਿਰ ਵੀ ਉਹ ਹੰਕਾਰ ਨਹੀਂ ਕਰਦਾ, ਸਗੋਂ ਟੀਚਰ ਅੱਗੇ ਨਿਭ ਕੇ ਖੜਾ ਹੁੰਦਾ ਹੈ। ਐਸੇ ਹੀ ਜਦੋਂ ਸਿੱਖ ਗੁਰੂ ਦੀ ਪ੍ਰੀਖਿਆ ਵਿੱਚੋਂ ਸਫਲ ਹੁੰਦਾ ਹੈ ਤਾਂ ਗੁਰੂ ਦੀ ਬਖਸ਼ਿਸ਼ ਦਾ ਪਾਤਰ ਬਣ ਜਾਂਦਾ ਹੈ। ਪਰਮਾਤਮਾ ਦੀ ਇਹ ਪ੍ਰੀਖਿਆ ਵਿੱਚ ਸਿੱਖ ਅਵਲ ਦਰਜੇ ਤੋਂ ਪਾਸ ਹੁੰਦਾ ਹੈ। ਘੱਟ ਨੰਬਰਾਂ ਤੋਂ ਪਾਸ ਹੋਣ ਦੀ ਕੋਈ ਇੰਤਜ਼ਾਮ ਨਹੀਂ ਹੈ। ਜਿਵੇਂ ਕਿ ਪਾਣੀ 100 ਡਿਗਰੀ ਤੇ ਗਰਮ ਕਰੀਏ ਤਾਂ ਭਾਫ਼ ਬਣਦਾ ਹੈ। ਅਵਲ ਦਰਜਾ ਲੈ ਕੇ ਗੁਰੂ ਦੀ ਕਿਰਪਾ ਸਦਕਾ ਸਿੱਖ ਗੁਰੂ ਪਰਮਾਤਮਾ ਵਿੱਚ ਇਕਮਿਕ ਹੋ ਜਾਂਦਾ ਹੈ। ਜਿਸ ਤਰ੍ਹਾਂ ਪਰਮਾਤਮਾ ਦੀ ਦ੍ਰਿਸ਼ਟੀ ਵਿੱਚ ਇਹ ਸਾਰਾ ਸੰਸਾਰ, ਉਸਦੇ ਜੀਵ ਪ੍ਰਭੂ ਦੇ ਆਪਣੇ ਹਨ, ਫਿਰ ਸਿੱਖ ਨੂੰ ਵੀ ਸਾਰੀ ਸ੍ਰਿਸ਼ਟੀ ਵਿੱਚ ਸਭ ਆਪਣੇ ਹੀ ਦਿਸਦੇ ਹਨ। ਹਰ ਪਾਸੇ ਪਰਮਾਤਮਾ ਹੀ ਨਜ਼ਰ ਆਉਂਦਾ ਹੈ। ਉਸ ਨੂੰ ਪ੍ਰਭੂ ਦੀ ਸਾਰੀ ਸ੍ਰਿਸ਼ਟੀ ਪ੍ਰਤੱਖ ਨਜ਼ਰ ਆਉਂਦੀ ਹੈ। ਉਸਦੀ ਨਜ਼ਰ ਸਾਰੇ ਲੋਕਾਂ ਦੇ ਜੀਵਾਂ, ਖੰਡਾਂ ਪੰਡਾਂ ਵਿੱਚ ਪ੍ਰਭੂ ਦੇ ਪਸਾਰੇ ਨੂੰ ਵੇਖਦੀ ਹੈ। ਉਸ ਨੂੰ ਪ੍ਰਤੱਖ ਨਜ਼ਰ ਆਉਂਦਾ ਹੈ ਕਿ ਪ੍ਰਭੂ ਇਸ ਬੇਅੰਤ ਕੁਦਰਤ ਨੂੰ ਰਚ ਕੇ ਸਭ ਨੂੰ ਆਪਣੀ ਰਜ਼ਾ ਵਿੱਚ ਚਲਾ ਰਿਹਾ ਹੈ ਅਤੇ ਸਭ ਤੇ ਮਿਹਰ ਕਰਕੇ ਖੁਸ਼ ਹੋ ਰਿਹਾ ਹੈ। ਸੱਚਖੰਡ ਦੀ ਅਵਸਥਾ ਵਿੱਚ ਪਹੁੰਚਿਆ ਹੋਇਆ ਮਨੁੱਖ ਕਮਲ ਵਾਂਗ ਸੰਸਾਰਕ ਮੋਹ ਮਾਇਆ ਤੋਂ ਨਿਰਲੇਪ ਰਹਿੰਦਾ ਹੈ। ਸੂਰਜ ਵਾਂਗ ਸਮਦ੍ਰਿਸ਼ਟ ਹੋ ਜਾਂਦਾ ਹੈ। ਧਰਤੀ ਵਾਂਗ ਧੀਰਜਵਾਨ ਹੋ ਜਾਂਦਾ ਹੈ, ਪਰਉਪਕਾਰੀ ਹੋ ਜਾਂਦਾ ਹੈ, ਵਿਕਾਰਾਂ ਦੇ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ। ਉਸਦੇ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਹੁੰਦਿਆਂ ਵੀ ਉਹ ਨਿਮਰਤਾ ਵਿੱਚ ਰਹਿੰਦਾ ਹੈ। ਜਿਵੇਂ ਇੱਕ ਆਮ ਮਨੁੱਖ ਨਹੀਂ ਜਾਣ ਸਕਦਾ ਕਿ ਕੋਈ ਡਾਕਟਰ ਕਿਤਨੇ ਇਲਮ ਦਾ ਮਾਲਕ ਹੈ, ਕੇਵਲ ਦੂਸਰਾ ਡਾਕਟਰ ਹੀ ਜਾਣ ਸਕਦਾ ਹੈ। ਇਸੇ ਤਰ੍ਹਾਂ ਸੱਚਖੰਡ ਦੀ ਅਵਸਥਾ ਵਿੱਚ ਪਹੁੰਚੇ ਮਨੁੱਖ ਦੀ ਅਵਸਥਾ ਕੋਈ ਸੱਚਖੰਡ ਵਾਸੀ ਹੀ ਜਾਣ ਸਕਦਾ ਹੈ। ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ। ਇਸ ਪੂਰੀ ਅਸ਼ਟਪਦੀ ਵਿੱਚ ਗੁਰੂ ਸਾਹਿਬ ਜੀ ਨੇ ਸੱਚਖੰਡ ਵਿੱਚ ਪਹੁੰਚੇ ਹੋਏ ਮਨੁੱਖ ਦੀ ਅਵਸਥਾ ਬਿਆਨ ਕੀਤੀ ਹੈ। ਇਹ ਅਸ਼ਟਪਦੀ ਬਹੁਤ ਹੀ ਕੀਮਤੀ ਹੈ। ਇਸ ਦੇ ਅੰਦਰ ਹਰ ਮਨੁੱਖ ਦੀ ਮੰਜ਼ਿਲ ਛੁਪੀ ਹੋਈ ਹੈ। ਪੰਜ ਖੰਡਾਂ ਦਾ ਸੰਖੇਪ ਤਾਂ ਇਹੀ ਹੈ ਕਿ ਪਹਿਲੀ ਪੌੜੀ ਕਰਤੇ ਦਇਆ ਕੀਤੀ, ਗੁਰੂ ਨਾਲ ਮਿਲਾਇਆ। ਦੂਜੀ ਪੌੜੀ ਸ੍ਰਿਸ਼ਟ ਦਿਖਾ ਕੇ ਧਰਮ ਦ੍ਰਿੜ ਕਰਾਇਆ। ਤੀਜੀ ਪੌੜੀ ਮਿਹਨਤ ਦੀ ਕਰਤੇ ਹਿੰਮਤ ਪਾਇਆ। ਚੌਥੀ ਪੌੜੀ ਬਖਸ਼ਿਸ਼ ਕਰਕੇ ਕਰਤੇ ਮੁਹਕਮ ਬਣਾਇਆ। ਪੰਜਵੀਂ ਪੌੜੀ ਸਾਹਿਬ ਕਰਕੇ ਕਰਤੇ ਆਪਣੇ ਨਾਲ ਬਿਠਾਇਆ। 5 ਖੰਡ 5 ਪੌੜੀਆਂ ਚੜਾ ਕੇ 5 ਤੱਤ ਸਫਲ ਕਰਾਇਆ। ਅਖੀਰ ਵਿੱਚ ਅਸੀਂ ਸਾਰੇ ਵਿਚਾਰਾਂ ਦੀ ਸਮੀਖਿਆ ਕਰ ਲੈਂਦੇ ਹਾਂ। ਪ੍ਰਭੂ ਦੀ ਇਸ ਬੇਅੰਤ ਸ੍ਰਿਸ਼ਟੀ ਵਿੱਚ ਮਨੁੱਖ ਪਰਮਾਤਮਾ ਦੀ ਅੰਸ਼ ਹੈ ਅਤੇ ਇਸ ਧਰਤੀ ਤੇ ਪਰਮਾਤਮਾ ਦੇ ਮਿਲਾਪ ਵਾਸਤੇ ਹੀ ਆਇਆ ਹੈ। ਪਰ ਡਰ ਜਾਂ ਲੋਭ ਵਸ ਹੋ ਕੇ ਪਰਮਾਤਮਾ ਦਾ ਮਿਲਾਪ ਕਿਵੇਂ ਹੋ ਸਕਦਾ ਹੈ? ਲੋਭ ਜਿੱਥੇ ਪੂਰਾ ਨਹੀਂ ਹੋ ਪਾਉਂਦਾ, ਉੱਥੇ ਪ੍ਰੇਮ ਨਹੀਂ ਬਲਕਿ ਪਰਮਾਤਮਾ ਬਾਰੇ ਸ਼ੰਕਾ ਪੈਦਾ ਹੋ ਜਾਂਦਾ ਹੈ। ਅਤੇ ਜਿਸ ਦਾ ਡਰ ਮਨ ਵਿੱਚ ਹੋਵੇ, ਉਸ ਨਾਲ ਪ੍ਰੇਮ ਨਹੀਂ ਹੋ ਸਕਦਾ। ਇਸ ਲਈ ਪ੍ਰੇਮ ਵਿੱਚ ਡਰ ਅਤੇ ਲੋਭ ਦੋਹਾਂ ਲਈ ਕੋਈ ਜਗ੍ਹਾ ਨਹੀਂ ਹੈ। ਜਿਸ ਨਾਲ ਪ੍ਰੇਮ ਹੋਵੇ, ਮਨੁੱਖ ਉਸ ਦੀ ਹਰ ਗੱਲ ਮੰਨ ਲੈਂਦਾ ਹੈ, ਉਸ ਨਾਲ ਧੋਖਾ ਨਹੀਂ ਕਰਦਾ, ਕਦੀ ਬੇਮੁਖ ਨਹੀਂ ਹੁੰਦਾ ਅਤੇ ਆਪਣਾ ਆਪ ਵੀ ਕੁਰਬਾਨ ਕਰ ਦਿੰਦਾ ਹੈ। ਭਗਤਾਂ ਨੇ ਪ੍ਰਭੂ ਨਾਲ ਐਸਾ ਹੀ ਪ੍ਰੇਮ ਕੀਤਾ। ਪ੍ਰਭੂ ਦੇ ਸਾਰੇ ਗੁਣਾਂ ਨੂੰ ਜੀਵਨ ਵਿੱਚ ਧਾਰਨ ਕੀਤਾ। ਕਿਸੇ ਵੀ ਹਾਲਤ ਵਿੱਚ ਬੇਮੁਖ ਨਹੀਂ ਹੋਏ। ਸਿੱਖਾਂ ਨੇ ਸਿੱਖੀ ਸਿਧਾਂਤਾਂ ਲਈ
ਆਪਾ ਵੀ ਵਾਰ ਦਿੱਤਾ। ਗੁਰਬਾਣੀ ਅਨੁਸਾਰ ਪ੍ਰੇਮ ਤੋਂ ਬਿਨਾਂ ਮਨੁੱਖ ਦਾ ਹਿਰਦਾ ਵਿਅਰਥ ਹੈ। ਅੰਦਰ ਖਾਲੀ ਪ੍ਰੇਮ ਬਿਨ ਟਹਿ ਢੇਰੀ ਤਨ ਛਾਰ। ਦਸ਼ਮੇਸ਼ ਪਿਤਾ ਵੀ ਇਸ ਗੱਲ ਤੇ ਮੋਹਰ ਲਗਾਉਂਦੇ ਹਨ। ਸਾਚ ਕਹੋ ਸੁਨ ਲਿਓ ਸਬੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜੋ ਮਨੁੱਖ ਕਾਦਰ ਦੀ ਬਣਾਈ ਕੁਦਰਤ ਨਾਲ, ਉਸਦੇ ਬਣਾਏ ਜੀਵਨ ਨਾਲ ਪ੍ਰੇਮ ਨਹੀਂ ਕਰਦਾ, ਉਹ ਕਿਵੇਂ ਪਰਮਾਤਮਾ ਨਾਲ ਪ੍ਰੇਮ ਕਰ ਸਕਦਾ ਹੈ? ਇਸ ਪ੍ਰੇਮ ਦੀ ਜਾਂਚ ਗੁਰਸਿੱਖਾਂ ਦੀ ਸੰਗਤ ਵਿੱਚੋਂ ਮਿਲਦੀ ਹੈ। ਦੂਜਾ, ਸਿੱਖ ਮਤ ਤੋਂ ਪਹਿਲਾਂ ਦੇ ਮਤ ਇਹ ਮੰਨਦੇ ਸਨ ਕਿ ਪਰਮਾਤਮਾ ਕਿਸੇ ਅਸਮਾਨ ਤੇ ਜਾਂ ਕਿਸੇ ਵੱਖ ਥਾਂ ਤੇ ਹੈ ਅਤੇ ਮਨੁੱਖ ਨੇ ਉਸ ਨੂੰ ਪਾਣਾ ਹੈ। ਆਮ ਮਨੁੱਖ ਨੂੰ ਇਹ ਵਿਚਾਰ ਸਹੀ ਲੱਗਦਾ ਸੀ, ਕਿਉਂਕਿ ਮਨੁੱਖ ਜਦੋਂ ਕਿਸੇ ਵਸਤੂ ਦੀ ਪ੍ਰਾਪਤੀ ਕਰ ਲੈਂਦਾ ਹੈ, ਉਸ ਨੂੰ ਪਾ ਲੈਂਦਾ ਹੈ, ਤਾਂ ਉਸਦੇ ਅਹੰਕਾਰ ਨੂੰ ਬੜੀ ਤ੍ਰਿਪਤੀ ਮਿਲਦੀ ਹੈ। ਪਰ ਸਿੱਖ ਮਤ ਦੇ ਨੇ ਇਸ ਵਿਚਾਰ ਤੋਂ ਉਲਟ ਇੱਕ ਵਿਚਾਰ ਮਨੁੱਖਤਾ ਦੇ ਸਾਹਮਣੇ ਰੱਖਿਆ ਕਿ ਪਰਮਾਤਮਾ ਨੂੰ ਪਾਣਾ ਨਹੀਂ ਹੈ, ਉਹ ਤਾਂ ਪਾਇਆ ਹੀ ਹੋਇਆ ਹੈ, ਕੇਵਲ ਆਪਣੇ ਅੰਦਰ ਵੇਖਣਾ ਹੈ। ਇਸ ਨੂੰ ਬੁੱਲੇ ਸ਼ਾਹ ਵੀ ਕਹਿੰਦੇ ਹਨ ਕਿ ਬੁੱਲਿਆ ਰੱਬ ਦਾ ਕੀ ਪਾਣਾ, ਭਾਵ ਰੱਬ ਤਾਂ ਪਹਿਲਾਂ ਹੀ ਪਾਇਆ ਹੋਇਆ ਹੈ, ਉਸ ਨੂੰ ਕੀ ਪਾਣਾ। ਅਗਲੀ ਪੰਕਤੀ ਵਿੱਚ ਕਹਿੰਦੇ ਹਨ, ਇੱਥੋਂ ਪੁੱਟਣਾ ਇੱਥੇ ਲਾਣਾ। ਦੋਨੋਂ ਵਾਰ ਸ਼ਬਦ ਇੱਥੇ ਹੀ ਵਰਤਦੇ ਹਨ, ਭਾਵ ਕੋਈ ਦੋ ਜਗ੍ਹਾ ਇੱਥੇ ਉੱਥੇ ਨਹੀਂ ਹੈ, ਇੱਕ ਹੀ ਜਗ੍ਹਾ ਹੈ। ਇੱਥੇ ਭਾਵ ਮਨ। ਮਨ ਵਿੱਚੋਂ ਹੀ ਅਵਗੁਣਾਂ ਨੂੰ ਪੁੱਟ ਕੇ ਮਨ ਵਿੱਚ ਹੀ ਗੁਣ ਲਗਾਉਣੇ ਹਨ। ਮਨ ਵਿੱਚੋਂ ਹੀ ਸੰਸਾਰਕ ਕਾਮਨਾਵਾਂ ਨੂੰ ਪੁੱਟ ਕੇ ਮਨ ਵਿੱਚ ਹੀ ਪ੍ਰਭੂ ਦੇ ਪਿਆਰ ਨੂੰ ਲਗਾਉਣਾ ਹੈ। ਕਿਉਂਕਿ ਮਨੁੱਖ ਹਮੇਸ਼ਾ ਕੁਝ ਪਾ ਕੇ ਹੀ ਖੁਸ਼ ਹੁੰਦਾ ਹੈ, ਇਸ ਲਈ ਪਰਮਾਤਮਾ ਨੂੰ ਵੀ ਪਾਣਾ ਚਾਹੁੰਦਾ ਹੈ। ਪਰ ਪਰਮਾਤਮਾ ਕੋਈ ਵਸਤੂ ਜਾਂ ਜੀਵ ਨਹੀਂ ਹੈ ਜਿਸ ਨੂੰ ਪਾ ਕੇ ਆਪਣੇ ਕੋਲ ਰੱਖ ਲਿਆ ਜਾਵੇ। ਗੁਰੂ ਸਾਹਿਬ ਨੇ ਸਪਸ਼ਟ ਕੀਤਾ ਹੈ ਕਿ ਪਰਮਾਤਮਾ ਨਿਰਾਕਾਰ ਹੈ ਅਤੇ ਇਹ ਜਗਤ ਪਰਮਾਤਮਾ ਦਾ ਸਾਕਾਰ ਰੂਪ ਹੈ। ਮਨੁੱਖ ਪਰਮਾਤਮਾ ਦੀ ਅੰਸ਼ ਹੈ, ਇਸ ਲਈ ਮਨੁੱਖ ਜਿਤਨਾ ਆਪਣੇ ਆਪ ਦੇ ਨੇੜੇ ਹੋ ਕੇ ਆਪਣੇ ਆਪ ਨੂੰ ਸਮਝੇਗਾ, ਜਿਤਨਾ ਆਪਣੇ ਆਪ ਨੂੰ ਸਵਾਰੇਗਾ, ਉਤਨਾ ਹੀ ਪ੍ਰਭੂ ਦੇ ਨਜ਼ਦੀਕ ਹੁੰਦਾ ਜਾਏਗਾ। ਪਰਮਾਤਮਾ ਆਪ ਹੀ ਗੁਰੂ ਰੂਪ ਹੋ ਕੇ ਮਨੁੱਖ ਦੀ ਇਸ ਕਾਰਜ ਵਿੱਚ ਸਹਾਇਤਾ ਕਰਦਾ ਹੈ। ਜੇਕਰ ਆਪਣੀ ਸਾਰੀ ਮਿਹਨਤ ਮਨੁੱਖ ਗੁਰੂ ਦੇ ਦੱਸੇ ਉਪਦੇਸ਼ ਨੂੰ ਕਮਾਉਣ ਵਾਸਤੇ ਲਗਾਏ, ਗੁਰੂ ਬਖਸ਼ਿਸ਼ ਕਰਕੇ ਮਨੁੱਖ ਨੂੰ ਪਰਮਾਤਮਾ ਨਾਲ ਮਿਲਾ ਦਿੰਦਾ ਹੈ। ਅਖੀਰ ਵਿੱਚ ਇਹ ਕਹਿਣਾ ਚਾਹੁੰਦੀ ਹਾਂ ਕਿ ਜਿਹੜੇ ਮਹਾਰਾਮ ਰਾਜ਼ੇ ਹਕੀਕਤਾਂ ਦੇ, ਉਹ ਰਾਜ਼ੇ ਹਕੀਕਤ ਖੋਲਦੇ ਨਹੀਂ। ਜਿਹੜੇ ਮਹਰਮ ਰਾਜ਼ੇ ਹਕੀਕਤਾਂ ਦੇ, ਉਹ ਰਾਜ਼ੇ ਹਕੀਕਤ ਖੋਲਦੇ ਨਹੀਂ। ਜਿਨ੍ਹਾਂ ਨਹੀਂ ਵੇਖਿਆ ਉਹ ਕਰਨ ਗੱਲਾਂ, ਜਿਨ੍ਹਾਂ ਵੇਖ ਲਿਆ ਉਹ ਬੋਲਦੇ ਨਹੀਂ। ਬੋਲਦਿਆਂ ਹੋਇਆਂ ਅਤੇ ਵਿਚਾਰਾਂ ਕਰਦਿਆਂ ਹੋਇਆਂ ਅਨੇਕਾਂ ਹੀ ਭੁੱਲਾਂ ਹੋ ਗਈਆਂ ਹੋਣਗੀਆਂ, ਜਿਸ ਵਾਸਤੇ ਮੈਂ ਆਪ ਪਾਸੋਂ ਖਿਮਾ ਮੰਗਦੀ ਹਾਂ। ਕੋਟਾਨ ਕੋਟ ਸ਼ੁਕਰ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਜਿਨ੍ਹਾਂ ਦੇ ਗਿਆਨ ਅਤੇ ਮਿਹਰ ਦਾ ਸਦਕਾ ਇਹ ਵਿਚਾਰਾਂ ਹੋਈਆਂ। ਅਤੇ ਨਾਲ ਹੀ ਧੰਨਵਾਦ ਹੈ ਵੀਰ ਹਰਜੀਤ ਸਿੰਘ ਜੀ ਦਾ, ਜਿਨ੍ਹਾਂ ਨੇ ਆਪਣੇ ਆਪ ਜੀ ਨਾਲ ਇਹ ਵਿਚਾਰਾਂ ਸਾਂਝੀਆਂ ਕਰਨ ਦਾ ਸਮਾਂ ਦਿੱਤਾ। MP ਵੀਰ ਜੀ ਨੇ ਪ੍ਰੈਜੈਂਟੇਸ਼ਨ ਸ਼ੇਅਰ ਕੀਤੀ, ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਵੀਰ ਜੀ। ਪਿਆਰ ਨਾਲ ਫਤਿਹ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।